ਨੈਕਸਟ ਪਾਰਟ ਆਪਣੇ ਕੋਲ ਹੈਗਾ ਜਿਹੜਾ यूनिट 6 ਦਾ डी ਚੈਪਟਰ ਆ। ਚੈਪਟਰ ਹੈਗਾ ਸਾਡਾ ਆਪਟੀਕਲ ਇਨਸਟਰੂਮੈਂਟ। ऑप्टिकल इंस्ट्रूमेंट ਦੇ ਅੰਦਰ ਤੁਹਾਡੇ ਕੋਲ ਜਿਹੜੇ ऑप्टिकल इंस्ट्रूमेंट ਆਪਾਂ ਡਿਸਕਸ ਕਰਨੇ ਆ ਉਹਨਾਂ ਵਿੱਚ ਤਿੰਨ ਮੇਨ ਆਪਣੇ ਇੰਸਟਰੂਮੈਂਟ ਆਣੇ ਆ ਬੇਟਾ। ਇੱਕ ਉਹਨਾਂ ਚੋਂ ਆ ਜਾਏਗਾ ਸਾਡੇ ਕੋਲ ਹਿਊਮਨ ਆਈ ਦੀ ਐਸ ਸੱਚ ਡਾਇਰੈਕਟ ਵਰਕਿੰਗ ਕਿਤੇ ਨਹੀਂ ਹੈਗੀ, ठीक है, पर डिफेक्ट ऑफ ह्यूमन आई ਨੂੰ ਸਮਝਣ ਵਾਸਤੇ, ठीक है, ਸਾਨੂੰ ਇਹਦੀ ਕਹਿ ਲੋ ਕਿ ਵੀ ਜਿਹੜੀ ਕੰਸਟਰਕਸ਼ਨ ਆ ਉਹ ਇੱਕ ਵਾਰੀ ਸਮਝਣੀ ਪਏਗੀ, ठीक है। दूजा अपने को आ जाना ਜਿਹੜਾ ਸੈਕੰਡ ਆਪਟੀਕਲ ਇਨਸਟਰੂਮੈਂਟ ਆ ਜਾਏਗਾ ਉਹ ਆਪਣੇ ਕੋਲ ਆ ਜਾਣਾ ਮਾਈਕਰੋਸਕੋਪ। ਮਾਈਕਰੋਸਕੋਪ ਦੇ ਦੋ ਕੇसेस ਬਣਨੇ, ਇੱਕ ਸਿੰਪਲ ਤੇ ਇੱਕ ਕੰਪਾਊਂਡ ਮਾਈਕਰੋਸਕੋਪ। ਇਹਦੇ ਫਿਰ ਉਸ ਤੋਂ ਬਾਅਦ ਤੀਜਾ ਤੇ ਲਾਸਟ ਇਨਸਟਰੂਮੈਂਟ ਆਪਣੇ ਕੋਲ ਹੋਏਗਾ ਐਸਟ੍ਰੋਨੋਮਿਕਲ ਟੈਲੀਸਕੋਪ। ਉਹਦੇ ਵੀ ਦੋ ਕੇਸ ਬਣਨੇ ਆ। ਉਹ ਤੇ ਟੋਟਲ ਆਪਣੇ ਕੋਲ ਜਿਹੜੇ ਐਸ ਸੱਚ ਹਿਊਮਨ ਆਈ ਵਾਲਾ ਇੱਕ ਟੌਪਿਕ ਤੇ ਇਹਦੇ ਡਿਫੈਕਟ ਨੂਮੈਰੀਕਲ ਵਾਸਤੇ ਬਹੁਤ ਇੰਪੋਰਟੈਂਟ ਹੋਊਗੇ, ठीक है। फिर उस तो बाद अपने को सैकंड टॉपिक एस्ट्रोनॉमिकल टेलीस्कोप आ ते तीजा अपना एस सच जेड़ा वा वो माइक्रोस्कोप आ। ये अपने को एस सच ऑप्टिकल इंस्ट्रूमेंट दे विच टॉपिक आ। लॉन्ग आंसर क्वेश्चन पेपर च आना, न्यूमेरिकल पेपर च आना ते इस चैप्टर दे दोनों चीज़ां ही इंपॉर्टेंट हैगियां ने। और एदियां रे डायग्राम वो सब तो ज्यादा इंपॉर्टेंट आ। रे डायग्राम दे अंदर निक्की जी भी गलती जदों माइक्रोस्कोप ते टेलीस्कोप च लभदी आ उत्ते क्रॉस लगना, इसलिए थोड़ा जिहा कॉशियसली ओदियां रे डायग्राम ध्यान नाल बनाइयो भी तो समझियो भी। ओके जी, इन्हें तो शुरू कर रहे हैं। अपने को एज सच फर्स्ट ऑप्टिकल इंस्ट्रूमेंट जिहड़ा आ जाना दैट्स द ह्यूमन आई। वो तो ह्यूमन आई दे अंदर ਅਸੀਂ ਲੈ ਕੇ ਚੱਲੀਏ तो कहना जी इट इज वन ऑफ द डेलीकेट, ठीक है, ते मोस्ट एक्यूरेट ऑप्टिकल इंस्ट्रूमेंट, ठीक है, which is available in the nature। ਅਸੀਂ ਇਹ ਲੈ ਕੇ ਚੱਲਦੇ ਕਿ ਵੀ ਜਿੰਨਾ ਵੀ ਸਾਡੇ ਕੋਲ ਸੋਫਿਸਟੀਕੇਟਿਡ ਤੋਂ ਸੋਫਿਸਟੀਕੇਟਿਡ ਜੇ ਸਾਡੇ ਕੋਲ ਕੋਈ ਐਸਐਚ ਕੈਮਰਾ ਜੀ ਹੋਵੇ ਉਹਦੇ ਤੋਂ ਵੀ ਜ਼ਿਆਦਾ ਬੈਟਰ ਰੈਜ਼ੋਲੂਸ਼ਨ ਵਾਲਾ ਜਿਹੜਾ ਡਿਵਾਈਸ ਆ ਹਨਾ ਉਹ ਸਾਡੇ ਐਸਐਚ ਕਹਿੰਦਾ ਜੀ ਹਿਊਮਨ ਆਈ ਆ, ਠੀਕ ਹੈ। ਇਹਦੀ ਫੋਕਲ ਲੈਂਥ ਇੰਨੀ ਕੁ ਔਰ ਇਹਦੀ ਪਾਵਰ ਜਿਹੜੀ ਲੈਂਸ ਦੀ ਉਹ ਇੰਨੀ ਕੁ ਐਡਜਸਟੇਬਲ ਹੈਗੀ ਆ ਕਿ ਅਸੀਂ ਇਨਫਿਨਿਟੀ ਤੋਂ ਲੈ ਕੇ ਨੀਅਰ ਪੁਆਇੰਟ ਤੱਕ ਕਿਤੇ ਵੀ ਆਬਜੈਕਟ ਨੂੰ ਰੱਖੀਏ, ठीक है, ਤੇ ਇਹਦੀ ਫੋਕਲ ਲੈਂਥ ਇੰਨੀ ਕੁ ਐਡਜਸਟੇਬਲ ਆ ਕਿ ਵੀ ਉਹ ਹਰ ਆਬਜੈਕਟ ਦੀ ਇਮੇਜ ਜਿਹੜੀ ਆ ਉਹ ਸਾਡੇ ਰੈਟੀਨਾ ਦੇ ਉੱਤੇ ਫਾਰਮ ਕਰ ਸਕਦਾ। ਕਿ ਇੰਨੀ ਗੱਲ ਸਮਝ ਲੱਗਦੀ ਪਈ? यस सर ਇਹ ਸਮਝਣ ਵਾਲਾ ਟੌਪਿਕ ਆ ਬੁੱਤ, ਠੀਕ ਹੈ। ਡਾਇਗਰਾਮ ਦੇ ਅਕੋਰਡਿੰਗਲੀ ਆਪਾਂ ਉਹਦੇ ਕੰਪੋਨੈਂਟ ਐਕਸਪਲੇਨ ਕਰਦੇ ਚੱਲਾਂਗੇ, ਠੀਕ ਹੈ। ਹੁਣ ਹਿਊਮਨ ਆਈ ਦੇ ਅੰਦਰ ਜਿਹੜਾ ਆਪਣੇ ਕੋਲ ਪੋਰਸ਼ਨ ਮੇਨ ਕਵਰ ਹੁੰਦਾ ਵਾ ਹਨਾ, ਜਿਹੜਾ ਕਹਿ ਲੋ ਕਿ ਵੀ ਆਪਣੇ ਕੋਲ ਫਿਜ਼ਿਕਸ ਦੇ ਅਕੋਰਡਿੰਗਲੀ ਉਹ ਦੋ ਚੀਜ਼ਾਂ ਵਾ। नंबर वन कहना जी थोड़े को एस सच लेंस ऑफ द आई एंड सेकंड वन इज द कहना जी रेटिना। मतलब अपने को लेंस ते स्क्रीन दा मेन रोल हैगा वा, ठीक है। उस चीज नु एक्सप्लेन करने वास्ते ਅਸੀਂ डिफाइन ਕਰਦੇ ਹਾਂ ਕਿ ਵੀ ਜਿਹੜਾ ਆਪਣੇ ਕੋਲ ਐਸ ਸਚ ਹਿਊਮਨ ਆਈ ਹੋਏਗੀ ਇਹਦੇ ਕੰਸਟਰਕਸ਼ਨ ਦੇ ਕੰਪੋਨੈਂਟ ਦੱਸ, ਇਹਦੇ ਕੰਪੋਨੈਂਟ ਦੱਸ ਦੋ ਕਿਹੜੇ ਕਿਹੜੇ ਤੇ ਬੱਚੇ ਉਹਦੇ ਅੰਦਰ ਬਾਇਓ ਵਾਲੇ ਨੇ ਤਾਂ ਸ਼ਾਇਦ ਪੜਿਆ ਹੋਇਆ ਟੌਪਿਕ, ठीक है। ਇਹ ਅਸੀਂ ਡਿਫਾਈਨ ਕਰਦੇ ਨੇ ਸਭ ਤੋਂ ਜਿਹੜਾ ਐਸਜ ਆਪਣੇ ਕੋਲ ਪਹਿਲਾ ਵਰਡ ਤੇ ਇਹ ਲੈ ਲਈਏ ਕਿ ਇੱਕ ਸਫੈਰਿਕਲ ਬਾਲ ਸ਼ੇਪ ਚ ਆਪਣੇ ਕੋਲ ਸਾਡੀ ਆਈ ਕੰਸੀਡਰ ਕਰਦੇ ਆ। ਅਪਰੋਕਸੀਮੇਟਲੀ ਇਹਦਾ ਸਾਈਜ਼ ਜਿਹੜਾ ਹੈਗਾ ਵਾ, ਠੀਕ ਹੈ, ਉਹ ਫਰੰਟ ਪੋਰਸ਼ਨ ਤੋਂ ਐਂਡ ਪੋਰਸ਼ਨ ਰੈਟੀਨਾ ਤੱਕ ਜਿਹੜਾ ਵਾ ਉਹ 2.5 ਸੈਂਟੀਮੀਟਰ ਬਣ ਜਾਂਦਾ, ठीक है। 2.5 ਸੈਂਟੀਮੀਟਰ ਜਾਂ 25 ਮਿਲੀਮੀਟਰ ਆਪਣੇ ਕੋਲ ਐਸਜ ਹਿਊਮਨ ਆਈ ਦਾ ਸਫੈਰਿਕਲ ਬਾਲ ਆ। ਇਸ ਸਫੈਰਿਕਲ ਬਾਲ ਦਾ ਜਿਹੜਾ ਫਰੰਟ ਪੋਰਸ਼ਨ ਹੈਗਾ, ਠੀਕ ਹੈ, ਜਿਹੜਾ ਆਊਟਰ ਪੋਰਸ਼ਨ ਹੈਗਾ ਸਾਡੇ ਕੋਲ, ਠੀਕ ਹੈ, ਉਹਨੂੰ ਅਸੀਂ ਡਿਫਾਈਨ ਕਰ ਦਿੰਦੇ। ਉਹ ਮੇਰੇ ਕੋਲ ਇਹਦਾ ਹਾਰਡ ਪੋਰਸ਼ਨ ਕਾਰਨੀਆ ਆ ਜਾਏਗਾ, ਠੀਕ ਹੈ, ਜਿਹੜਾ ਕਿ ਇੱਕ ਤਰ੍ਹਾਂ ਮੇਰਾ ਅੱਖਾਂ ਦਾ ਜਿਹੜਾ ਵਾਈਟ ਪੋਰਸ਼ਨ ਆ ਕਹਿੰਦਾ ਜੀ ਉਹ ਇੱਕ ਤਰ੍ਹਾਂ ਕੰਸੀਡਰ ਆਪਾਂ ਕਰ ਲੈਂਦੇ। ਇਹਦੇ ਬੈਕ ਐਂਡ ਦੇ ਉੱਤੇ ਮੇਰੇ ਕੋਲ ਜਿਹੜਾ ਐਸਐਚ ਕੰਸੀਡਰ ਕਰਦੇ ਆ, ਠੀਕ ਹੈ, ਜਿਹੜੀ ਲਾਈਟ ਦੀ ਪੈਸੇਜ ਹੈਗਾ ਥਰੂ ਦਾ ਲੈਂਸ ਉਹਦੇ ਵਾਸਤੇ ਅਸੀਂ ਡਿਫਾਈਨ ਕਰਦੇ ਲਾਈਟ ਦੀ ਨੰਬਰ ਆਫ ਟਾਈਮ ਜਿਹੜੀ ਆ ਇਹਦੇ ਅੰਦਰ ਰਿਫਰੈਕਸ਼ਨ ਹੁੰਦੀ ਆ, ठीक है। लाइट दी नंबर ऑफ टाइम्स ਇਹਦੇ ਅੰਦਰ ਰਿਫਰੈਕਸ਼ਨ ਹੋਣੀ ਆ, ठीक है। ਔਰ ਜਿਹੜੀ ਟਾਈਮ ਇਹਦੀ ਰਿਫਰੈਕਸ਼ਨ ਹੋਣੀ, ਜਿਹੜੀ ਜਿੰਨੇ ਟਾਈਮ ਇਹਦੇ ਅੰਦਰ ਲਾਈਟ ਦੀ ਰਿਫਰੈਕਸ਼ਨ ਹੋਣੀ ਆ ਉਹ ਮੇਰੇ ਕੋਲ ਟੋਟਲ ਅਸੀਂ ਕੰਸੀਡਰ ਕਰੀਏ 4 ਤੋਂ 5 ਵਾਰੀ ਆ ਬੇਟਾ। ਉਹਦੇ ਚ ਕਿਹੜੀ ਕਿਹੜੀ ਸਰਫੇਸ ਤੇ ਰਿਫਰੈਕਸ਼ਨ ਆ ਇੱਕ ਵਾਰੀ ਉਹ ਆਪਾਂ ਡਿਸਕਸ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਕੰਪੋਨੈਂਟ ਲੈ ਲਈਏ। ਫਰੰਟ ਪੋਰਸ਼ਨ ਅਸੀਂ ਕੰਸੀਡਰ ਕਰਦੇ ਜੀ ਕਾਰਨੀਆ ਆ ਜਾਏਗਾ और उस तो बाहर मेरे को एसएच एयर मीडियम आ। फर्स्ट ऑफ ऑल लाइट जड़ी होएगी एयर मीडियम तो इस कॉर्निया ते कहना जी इंसीडेंट करेगी और इत्थे दो मीडियम इन्वॉल्वड आ,
एक एयर मीडियम जिहदा रिफ्रैक्टिव इंडेक्स 1.0 होएगा और उस तो बाद मेरे को ऐसा आ जाएगा जिहड़ा कहंदा जी मेरे को इस तो बाद आ जाना कॉर्निया वाला पोर्शन। कॉर्निया वाला पोर्शन दा रिफ्रैक्टिव इंडेक्स 1.38 वैल्यू याद रखने की तुहानूं लोड़ नहीं रहेगी। ठीक है, इथों लाइट जो एंटर करनी तो कॉर्निया चो होके जो लाइट तुहाडे कोल एसएच फरदर चलदी आ ते साडे कोल एसएच इत्थे एक्वस ह्यूमर फिल कीता होया। दो टाइप दे लिक्विड असीं कंसीडर करदे हां, दो टाइप दे तुसीं लिक्विड जिहड़े वो कंसीडर करदे हो। एक अपने कोल आ जांदा कहंदा जी एसएच कॉर्निया और लेंस दे इन बिटवीन, एक साडे कोल आ जांदा लेंस ते रेटिना दे इन बिटवीन सारे पोर्शन। ठीक है, दोनों ही मटीरियल दा रिफ्रैक्टिव इंडेक्स जिहड़ा वो डिफरेंट आ। ठीक है, इत्थे मेरे को जिहड़ा मटीरियल फिल कीता जिन्हों एक्वस ह्यूमर कहने पे इहदा रिफ्रैक्टिव इंडेक्स जिहड़ा वो 1.33 आ। ठीक है, जिहड़ा कॉर्निया वा कॉर्निया दा रिफ्रैक्टिव इंडेक्स 1.38 आ। उस तो बाद एयर दा रिफ्रैक्टिव इंडेक्स 1.0। ठीक है, उस तो बाद जदों लाइट एज सच मेरे को इस एक्वस ह्यूमर चो पास हुंदी, ठीक है, अगे लाइट किन्नी पास ऑन करनी है। ठीक है जी, एज सच उस चीज नु असी डिफाइन करदे किदे थ्रू कि ना जिहड़ा मेरा आइरिस ते प्यूपिल दा कॉम्बिनेशन आ। आइरिस मेरा आई दा कलर पोर्शन आ जांदा और इहदे थ्रू जिहड़ा होल होएगा जिहदे तो होके लाइट साडे आई दे लेंस ते हिट करदी आ। ठीक है, ਉਹ ਐਸ ਸੱਚ ਮੇਰੇ ਕੋਲ ਜਿਹੜਾ ਇਹਦਾ ਸੈਂਟਰਲ ਪੋਰਸ਼ਨ ਹੋ ਜਾਂਦਾ ਜਿਹਨੂੰ ਅਸੀਂ ਕਹਿੰਦੇ ਜੀ ਉਹਦਾ ਪਿਊਪਿਲ ਆ ਤੇ ਪਿਊਪਿਲ ਇੱਕ ਸਰਕੂਲਰ ਅਪਰਚਰ ਆ। ਠੀਕ ਹੈ, ਜਿਹਨੂੰ ਡਾਇਫਾਰਮ ਕਹਿ ਦਾਂਗੇ। ਇਹਦਾ ਇੱਕ ਸਰਕੂਲਰ ਅਪਰਚਰ ਆ, ਇੱਕ ਹੋਲ ਆ। ਹੋਲ ਦਾ ਸਾਈਜ਼ ਜਿਹੜਾ ਵਾ ਉਹ 2 ਮਿਲੀਮੀਟਰ ਤੋਂ ਲੈ ਕੇ 7 ਮਿਲੀਮੀਟਰ ਤੱਕ ਐਕਸਪੈਂਡ ਹੋ ਸਕਦਾ। ਠੀਕ ਹੈ, ਅਕੋਰਡਿੰਗ ਟੂ ਕਹਿੰਦੇ ਜੀ ਵੇਅਰ ਦਾ ਲਾਈਟ ਸੋਰਸ ਇਜ਼ ਟੂ ਬੀ ਦੇयर। ਤੁਸੀਂ ਡਾਰਕ ਰੂਮ 'ਚ ਬੈਠੇ ਹੋ ਕਿ ਤੁਸੀਂ ਲਾਈਟ ਵਾਲੇ ਕਹਿੰਦਾ ਜੀ ਬ੍ਰਾਈਟ ਲਾਈਟ ਵਾਲੇ ਰੂਮ 'ਚ ਬੈਠੇ ਹੋ, ਉਹਦੇ ਅਕੋਰਡਿੰਗਲੀ ਪਿਊਪਿਲ ਸਾਈਜ਼ ਜਿਹੜਾ ਉਹ ਐਡਜਸਟ ਹੋ ਜਾਣਾ। ਤੇ ਲਾਈਟ ਜਦੋਂ ਐਸ ਸੱਚ ਪਿਊਪਿਲ ਚੋਂ ਪਾਸ ਹੋ ਕੇ ਤੁਹਾਡੇ ਆਈ ਲੈਂਸ ਤੇ ਫਾਲ ਕਰਦੀ ਆ। ਆਈ ਲੈਂਸ ਕਨਵਰਜਿੰਗ ਨੇਚਰ ਦਾ ਵਾ, ਇਹਨੇ ਉਸ ਲਾਈਟ ਨੂੰ ਕਨਵਰਜ ਕਰਨਾ ਤੇ ਜਦੋਂ ਇਹਨੇ ਕਨਵਰਜੈਂਸ ਕੀਤੀ ਤੇ ਉਹ ਕਨਵਰਜੈਂਟ ਲਾਈਟ ਵਿਟਰਸ ਹਿਊਮਰ ਚੋਂ ਪਾਸ ਕਰਕੇ ਤੁਹਾਡੇ ਆਈ ਲੈਂਸ ਦੇ ਰੈਟੀਨਾ ਦੇ ਉੱਤੇ ਜਾ ਕੇ ਸਟ੍ਰਾਈਕ ਕਰਦੀ ਹੈ। ਔਰ ਰੈਟੀਨਾ ਸੀ ਜਿਹਨੂੰ ਸਕਰੀਨ ਦਾ ਨਾਮ ਦਿੰਨੇ ਪਏ। ਠੀਕ ਹੈ, ਇਟ ਕੰਸਿਸਟ ਆਫ ਦਾ ਵੇਰੀਅਸ ਟਾਈਪ ਆਫ ਕਹਿੰਦਾ ਜੀ ਸੈੱਲ। ਇਹ ਤਾਂ ਅਸੀਂ ਕੰਸੀਡਰ ਕਰਦੇ ਕਿ ਦੋ ਟਾਈਪ ਦੇ ਆਪਟੀਕਲ ਸੈਂਸਰ ਸੈੱਲ ਲੱਗੇ ਹੋਏ ਆ। ਆਪਟੀਕਲ ਮੀਨ ਲਾਈਟ ਨੂੰ ਸੈਂਸ ਕਰਨ ਵਾਲੇ ਇੱਥੇ ਦੋ ਤਰ੍ਹਾਂ ਦੇ ਮੇਰੇ ਕੋਲ ਜਿਹੜੇ ਸੈੱਲ ਅਸੀਂ ਕੰਸੀਡਰ ਕਰਦੇ ਆ। ਇੱਕ ਨੂੰ ਅਸੀਂ ਨਾਮ ਦੇ ਦਿੰਨੇ ਰੋਡ ਸ਼ੇਪ ਸੈੱਲ, ਇੱਕ ਨੂੰ ਅਸੀਂ ਨਾਮ ਦੇ ਦਿੰਨੇ ਰੋਡ ਸ਼ੇਪ ਸੈੱਲ, ਇੱਕ ਨੂੰ ਅਸੀਂ ਨਾਮ ਦੇ ਦਿੰਨੇ ਕੋਨ ਸ਼ੇਪ ਸੈੱਲ। ਦੋਨੋਂ ਜਿਹੜੇ ਸੈੱਲ ਨੇ ਠੀਕ ਹੈ ਉਹ ਲਾਈਟ ਦੇ ਨਾਲ ਐਕਟੀਵੇਟ ਹੋ ਜਾਂਦੇ ਜਦੋਂ ਲਾਈਟ ਇਸ ਲੈਂਸ ਚੋਂ ਪਾਸ ਕਰਕੇ ਇਸ ਰੈਟੀਨਾ ਵਾਲੇ ਪੋਰਸ਼ਨ ਤੇ ਹਿੱਟ ਕਰਦੀ ਆ। ਠੀਕ ਹੈ, ਤੇ ਉਹ ਜਿਹੜੇ ਸੈਂਸਰੀ ਸੈੱਲ ਨੇ ਉਹ ਮੇਰੇ ਐਕਟੀਵੇਟ ਹੋ ਜਾਂਦੇ ਔਰ ਉਹਨਾਂ ਦੇ ਐਕਟੀਵੇਟ ਹੋਣ ਦੇ ਨਾਲ ਤੁਹਾਡੇ ਕੋਲ ਐਸਐਚ ਰੈਟੀਨਾ ਦੇ ਉੱਤੇ ਇੱਕ ਅਸੀਂ ਕਹਿੰਦੇ ਇਮੇਜ ਫਾਰਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ। ਠੀਕ ਹੈ, ਔਰ ਉਸ ਇਮੇਜ ਫਾਰਮੇਸ਼ਨ ਦੇ ਅੰਦਰ ਉਹਦੀ ਬ੍ਰਾਈਟਨੈਸ ਨੂੰ, ਲਾਈਟ ਦੀ ਬ੍ਰਾਈਟਨੈਸ ਨੂੰ ਯਾਨੀ ਉਹਦੀ ਇੰਟੈਂਸਿਟੀ ਨੂੰ ਤੇ ਦੂਜੇ ਪਾਸੇ ਆਬਜੈਕਟ ਦੇ ਕਲਰ ਨੂੰ, ਇਹਨਾਂ ਦੋ ਚੀਜ਼ਾਂ ਨੂੰ ਇੱਥੇ ਜਿਹੜੇ ਐਸਐਚ ਸੈੱਲ ਮੇਰੇ ਕੋਲ ਜਿਹੜੇ ਅਵੇਲੇਬਲ ਹੋਣਗੇ ਹਨਾ, ਰੋਡ ਸ਼ੇਪ ਤੇ ਕੋਨ ਸ਼ੇਪ। ਇਹ ਦੋ ਟਾਈਪ ਦੇ ਸੈੱਲ ਜਿਹੜੇ ਨੇ ਸੈਂਸਰੀ ਸੈੱਲ ਜਿਹੜੇ ਨੇ ਠੀਕ ਹੈ ਅਸੀਂ ਕਹਿੰਦੇ ਜੀ ਉਹ ਇਸ ਮੂਵਮੈਂਟ ਤੇ ਲਾਈਟ ਦੀ ਇੰਟੈਂਸਿਟੀ ਤੇ ਲਾਈਟ ਦੇ ਕਲਰ ਨੂੰ ਕੰਟਰੋਲ ਕਰਦੇ ਆ। ਜਿਹੜੇ ਰੋਡ ਸ਼ੇਪ ਸੈੱਲ ਨੇ ਉਹ ਲਾਈਟ ਦੀ ਇੰਟੈਂਸਿਟੀ ਨੂੰ ਕੰਟਰੋਲ ਕਰਦੇ ਔਰ ਜਿਹੜੇ ਤੁਹਾਡੇ ਕੋਲ ਕੋਨ ਸ਼ੇਪ ਸੈੱਲ ਨੇ ਉਹ ਤੁਹਾਡੇ ਕੋਲ ਐਸਐਚ ਆਬਜੈਕਟ ਤੋਂ ਆਉਣ ਵਾਲੀ ਲਾਈਟ ਦੇ ਕਲਰ ਨੂੰ ਕੰਟਰੋਲ ਕਰਦੇ ਆ। ਠੀਕ ਹੈ, ਉਸ ਤੋਂ ਬਾਅਦ ਜਦੋਂ ਲਾਈਟ ਇਸ ਸਾਰੇ ਪੋਰਸ਼ਨ ਦੇ ਵਿੱਚ ਫਾਲ ਕਰਦੀ ਆ। ਠੀਕ ਹੈ, ਤਾਂ ਅਸੀਂ ਡਿਫਾਈਨ ਕਰਦੇ ਕਿ ਜਦੋਂ ਲਾਈਟ ਇਸ ਪੋਰਸ਼ਨ ਦੇ ਅੰਦਰ ਮੇਰੇ ਕੋਲ ਫਾਲ ਕਰੇਗੀ ਤੇ ਇਸ ਆਈ ਦੇ ਉੱਤੇ ਅਸੀਂ ਦੋ ਪੁਆਇੰਟ ਕੰਸੀਡਰ ਕਰਦੇ ਆ। one is to be called as the yellow spot and second one is to be called as the blind spot. yellow spot ਅਸੀਂ ਡਿਫਾਈਨ ਕਰਦੇ ਆਪਾਂ ਪਿੱਛੇ ਗੱਲ ਕੀਤੀ ਸੀ ਡਿਸਪਰਸ਼ਨ ਦੇ ਅੰਦਰ ਸਾਡੀ ਆਈ ਜਿਹੜੀ ਮੋਸਟ ਸੈਂਸਿਟਿਵ ਹੁੰਦੀ ਹੈ ਜਿਹੜੇ ਕਲਰ ਵਾਸਤੇ ਉਹ ਸਾਡਾ yellow ਕਲਰ। ਠੀਕ ਹੈ, ਇਹਦਾ ਮਤਲਬ ਮੇਜਰ ਪੋਰਸ਼ਨ ਆਫ ਦਾ ਲਾਈਟ that will incident on the yellow spot। ਠੀਕ ਹੈ, yellow spot ਦੇ ਉੱਤੇ ਮੈਕਸਿਮਮ ਲਾਈਟ ਅਕਮੋਡੇਟ ਹੁੰਦੀ ਆ ਇਸ ਲਈ ਇੱਥੇ ਅਸੀਂ ਕਹਿੰਦੇ ਜੀ ਮੋਸਟ ਸੈਂਸਿਟਿਵ ਪੋਜੀਸ਼ਨ। ਦੂਜੇ ਪਾਸੇ ਮੇਰੇ ਕੋਲ ਇੱਕ ਬਲਾਈਂਡ ਸਪॉट ਹੋਏਗਾ as the name will suggest it means no light will incident over there। ਪਰ ਬਲਾਈਂਡ ਸਪॉट ਉਹ ਪੋਜੀਸ਼ਨ ਹੋਏਗੀ
ਜਿਹੜੇ ਤੁਹਾਡੇ ਇਸ ਰੈਟੀਨਾ ਦੇ ਜਿਹੜੇ ਕਹਿੰਦਾ ਜੀ ਪੋਰਸ਼ਨ ਨੂੰ, ਠੀਕ ਹੈ, ਬ੍ਰੇਨ ਨੂੰ ਜਾਣ ਵਾਲੀ ਆਪਟਿਕ ਨਰਵ ਦੇ ਨਾਲ ਅਟੈਚ ਕਰਦੀ ਹੈ। ਇਹਦਾ ਮਤਲਬ ਇਸ ਬਲਾਈਂਡ ਸਪੌਟ ਦੇ ਥਰੂ ਤੁਹਾਡੇ ਕੋਲ ਜਿੰਨੀ ਵੀ ਇਥੋਂ ਇਨਫੋਰਮੇਸ਼ਨ ਗੈਦਰ ਹੁੰਦੀ, ਕਲੈਕਟ ਹੁੰਦੀ ਆ, ਉਹ ਆਪਟਿਕ ਨਰਵ ਦੇ ਥਰੂ ਜਿਹੜੇ ਇਲੈਕਟ੍ਰੀਕਲ ਸਿਗਨਲ ਦੀ ਫਾਰਮ ਚ ਜਿਹੜਾ ਵਾ ਉਹ ਬ੍ਰੇਨ ਨੂੰ ਮੈਸੇਜ ਕਨਵੇ ਹੋ ਜਾਂਦਾ, ਤੇ ਬ੍ਰੇਨ ਫਿਰ ਉਸ ਐਸਐਚ ਇਨਫੋਰਮੇਸ਼ਨ ਨੂੰ ਕਹਿੰਦਾ ਜੀ ਪ੍ਰੋਸੈਸ ਕਰਕੇ ਤੁਹਾਡੇ ਕੋਲ ਕਿਸੇ ਵੀ ਗਿਵਨ ਆਬਜੈਕਟ ਦੀ ਇਮੇਜ ਜਿਹੜੀ ਆ ਉਹ ਡਰਾ ਕਰਦਾ, ਤੇ ਅਸੀਂ ਕਹਿੰਦਾ ਜੀ ਉਸ ਗਿਵਨ ਆਬਜੈਕਟ ਦੀ ਜਿਹੜੀ ਇਮੇਜ ਆ ਉਹ ਅਸੀਂ ਕਹਿੰਦਾ ਜੀ ਐਸਐਚ ਸੋਚ ਪਾਉਂਦੇ ਜਾਂ ਦੇਖ ਪਾਉਂਦੇ। क्या पहले इन्नी गल समझ लगी जी? Yes, sir. Yes, sir. Yes, sir. नॉन मेडिकल वाले खास करके क्या आज जो दसदा पिया क्या इन्ना क्लियर है बच्चे? Yes, sir. Yes, Yes, sir. sir. Yes, sir. ਉਸ ਤੋਂ ਬਾਅਦ ਆਪਣੇ ਕੋਲ ਇਹਦੇ ਵਿੱਚ ਐਸਐਚ ਜਿਹੜਾ ਵਾ ਉਹ ਇਹ ਆ ਜਾਂਦਾ ਕਿ ਵੀ ਜਿਹੜੀ ਲਾਈਟ ਦੀ ਅਮਾਉਂਟ ਕੰਟਰੋਲ ਕਰਨ ਲਈ, ਉਹ ਆਪਾਂ ਪਹਿਲਾਂ ਦੱਸ ਕੇ ਹਟੇ ਕਿ ਵੀ ਤੁਹਾਡੇ ਕੋਲ ਐਸਐਚ ਤੇ ਲਾਈਟ ਦੀ ਅਮਾਉਂਟ ਕੰਟਰੋਲ ਜਿਹੜੀ ਆ ਉਹ ਅਸੀਂ ਆਇਰਿਸ ਤੇ ਪਿਊਪਿਲ ਦੇ ਕੰਬੀਨੇਸ਼ਨ ਨਾਲ ਕਰਦੇ। ਆਇਰਿਸ ਤੁਹਾਡਾ ਇੱਕ ਤਰ੍ਹਾਂ ਜਿਹੜਾ ਦਰਵਾਜ਼ਾ ਵਾ, ਦਰਵਾਜ਼ੇ ਦੇ ਵਿੱਚ ਜਿਹੜਾ ਐਸਐਚ ਗੈਪ ਬਣਦਾ, ਜਿਹੜਾ ਮੇਰੇ ਕੋਲ ਜਿੱਥੋਂ ਦੀ ਅਸੀਂ ਨਿਕਲਣਾ ਵਾ ਹਨਾ, ਉਹ ਗੈਪ ਕਿੰਨਾ ਕੁ ਰੱਖਣਾ ਵਾ ਉਹ ਅਸੀਂ ਐਸਐਚ ਪਿਊਪਿਲ ਦੇ ਥਰੂ ਰੱਖਦੇ ਹਾਂ। ਦਰਵਾਜ਼ਾ ਜ਼ਿਆਦਾ ਖੁੱਲਿਆ ਇਹਦਾ ਮਤਲਬ ਹੋਲ ਵੱਡਾ ਹੋ ਗਿਆ, ਮੋਰ ਪੈਸੇਜ ਬਣ ਗਿਆ। ਇਨ ਦਾ ਸਿਮਿਲਰ ਵੇ ਆਇਰਿਸ ਨੇ ਐਸਐਚ ਪਿਊਪਿਲ ਦੇ ਸਾਈਜ਼ ਨੂੰ ਵੱਡਾ ਕਰ ਦਿੱਤਾ, ਆਇਰਿਸ ਦੀ ਹੈਲਪ ਨਾਲ ਪਿਊਪਿਲ ਦਾ ਸਾਈਜ਼ ਛੋਟਾ ਹੋ ਗਿਆ। ਇਹਦਾ ਮਤਲਬ ਆ ਅਮਾਉਂਟ ਆਫ ਲਾਈਟ ਐਂਟਰਿੰਗ ਦਾ ਲੈਂਸ, amount of light entering the lens that is to be controlled by the combination of iris and pupil, ठीक है। ਇਹਦਾ ਸਾਈਜ਼ ਬਾਰ-ਬਾਰ ਦੱਸ ਰਿਹਾ ਜਿਹੜਾ ਪਿਊਪਿਲ ਦਾ ਵਾ ਇਹ 2 ਮਿਲੀਮੀਟਰ ਤੋਂ ਲੈ ਕੇ 7 ਮਿਲੀਮੀਟਰ ਤੱਕ ਆ ਗਿਆ। ਤੁਸੀਂ ਡਾਰਕ ਰੂਮ ਦੇ ਅੰਦਰ ਹੋ, ਠੀਕ ਹੈ, ਤੇ ਇਹਦਾ ਮਤਲਬ ਆ ਉਸ ਮੂਮੈਂਟ ਤੇ ਆਈ ਨੇ ਡਾਰਕ ਰੂਮ ਚੋਂ ਲਾਈਟ ਨੂੰ ਕਲੈਕਟ ਕਰਨ ਵਾਸਤੇ ਆਪਣਾ ਪਿਊਪਿਲ ਦਾ ਸਾਈਜ਼ ਵੱਡਾ ਕਰ ਲੈਣਾ, ਠੀਕ ਹੈ। ਅਸੀਂ ਬਹੁਤ ਬ੍ਰਾਈਟ ਲਾਈਟ ਚ ਆ, ਠੀਕ ਹੈ, ਤੇ ਇਹਨੇ ਆਪਣੇ ਸਾਈਜ਼ ਨੂੰ ਜਿਹੜਾ ਉਹ ਛੋਟਾ ਕਰ ਲੈਣਾ, ਠੀਕ ਹੈ। ਉਹਦੇ ਅਕੋਰਡਿੰਗਲੀ ਅਮਾਉਂਟ ਆਫ ਲਾਈਟ ਸਾਡੀ ਆਈ ਦੇ ਅੰਦਰ ਕਹਿੰਦਾ ਜੀ ਐਂਟਰ ਕਰਦੀ ਪਈ, ਔਰ ਜਿਹੜਾ ਤੁਹਾਡੇ ਆਈ ਦੇ ਅੰਦਰ ਜਦੋਂ ਲਾਈਟ ਜਾਣੀ that will be passes through the lens, ਲੈਂਸ ਦੇ ਸਾਈਜ਼ ਨੂੰ ਕੰਟਰੋਲ ਕਰਨ ਵਾਸਤੇ ਸਾਡੇ ਕੋਲ ਇੱਥੇ ਜਿਹੜੇ ਐਸਐਚ ਮਸਲਸ ਨੇ which are to be called the ciliary muscles, ciliary muscle ਦੀ ਐਡਵਾਂਟੇਜ ਇਹ ਹੋਏਗੀ, ਆਵਾਜ਼ ਆ ਰਹੀ ਕਲੀਅਰ ਬੇਟਾ? Yes, sir. Yes, sir. Yes, sir. ਸੈਲਰੀ ਮਸਲ ਜਿਹੜੇ ਨੇ ਸੈਲਰੀ ਮਸਲਸ ਇਹਦੀ ਪੁੱਤ ਆਪਣੇ ਕੋਲ ਐਡਵਾਂਟੇਜ ਇਹ ਹੋਏਗੀ, ਇਹ ਲੈਂਸ ਦੀ ਥਿਕਨੈਸ ਨੂੰ ਜਿਹੜਾ ਵਾ ਉਹ ਐਡਜਸਟ ਕਰਾਂਦਾ। ਜਦੋਂ ਮੈਂ ਇਨਫਿਨਿਟੀ ਤੋਂ ਕਿਸੇ ਆਬਜੈਕਟ ਨੂੰ ਵਿਊ ਕਰਦਾ ਪਿਆ ਤੇ ਜਦੋਂ ਮੈਂ ਕਿਸੇ ਆਬਜੈਕਟ ਨੂੰ ਆਪਣੇ ਨੀਅਰ ਪੁਆਇੰਟ ਤੋਂ ਵਿਊ ਕਰਦਾ ਪਿਆ, ਇਹਨਾਂ ਦੋਨਾਂ ਹੀ ਕੇਸਿਸ ਦੇ ਅੰਦਰ ਲੈਂਸ ਦਾ ਸਾਈਜ਼ ਆਪਣੇ ਆਪ ਨੂੰ, ਲੈਂਸ ਦੀ ਕਰਵੇਚਰ ਜਿਹੜੀ ਆ ਉਹ ਆਪਣੇ ਆਪ ਨੂੰ, ਲੈਂਸ ਦੀ ਥਿਕਨੈਸ ਜਿਹੜੀ ਆ ਉਹ ਆਪਣੇ ਆਪ ਨੂੰ ਐਡਜਸਟ ਕਰਾਂਦੀ ਆ ਵਿਦ ਦਾ ਹੈਲਪ ਆਫ ਸਿਲਰੀ ਮਸਲ। ਇਹਦਾ ਮਤਲਬ ਕਿ ਲੈਂਸ ਦੀ ਥਿਕਨੈਸ ਜਿਹੜੀ ਆ, ਲੈਂਸ ਦੀ ਕਰਵੇਚਰ ਜਿਹੜੀ ਆ, ਲੈਂਸ ਦੇ ਰੇਡੀਅਸ ਜਿਹੜੇ ਨੇ ਹਨਾ, ਇਹਨੂੰ ਕੰਟਰੋਲ ਕਰਦੇ ਸਿਲਰੀ ਮਸਲ, ਠੀਕ ਹੈ। ਤੇ ਜਿਹੜਾ ਐਸਐਚ ਇਹਦੇ ਅੱਗੇ ਹੋਲ ਹੈਗਾ, ਹੋਲ ਜਿਹੜਾ ਪਿਊਪਿਲ ਆ ਯਾਨੀ ਉਹਦੇ ਸਾਈਜ਼ ਨੂੰ ਕੰਟਰੋਲ ਕਰਦੇ ਪਏ ਮੇਰੇ ਕੋਲ ਆਇਰਿਸ ਪੋਰਸ਼ਨ। ਇਨੀ ਗੱਲ ਕਲੀਅਰ ਪਹਿਲੋ? Yes, sir. Yes. Yes, sir. ਲਾਸਟ ਲਾਈਨ ਫੇਰ ਰਿਪੀਟ ਕਰ ਰਿਹਾ। ਲਾਸਟ ਲਾਈਨ ਚ ਅਸੀਂ ਦੱਸਿਆ ਕਿ ਪਿਊਪਿਲ ਦਾ ਸਾਈਜ਼ ਵੀ ਛੋਟਾ ਵੱਡਾ ਹੁੰਦਾ ਤੇ ਲੈਂਸ ਦਾ ਸਾਈਜ਼ ਵੀ ਛੋਟਾ ਵੱਡਾ ਹੁੰਦਾ, ਔਰ ਇਹਨਾਂ ਦੋਨਾਂ ਦੇ ਸਾਈਜ਼ ਨੂੰ ਕੰਟਰੋਲ ਕਿਹਦੇ ਥਰੂ ਕਰਦੇ? ਪਿਊਪਿਲ ਦੇ ਸਾਈਜ਼ ਨੂੰ ਕੰਟਰੋਲ ਅਸੀਂ ਕਰਦੇ ਆਇਰਿਸ ਦੇ ਨਾਲ, ਔਰ ਲੈਂਸ ਦੇ ਸਾਈਜ਼ ਨੂੰ ਅਸੀਂ ਕੰਟਰੋਲ ਕਰਦੇ ਸਿਲਰੀ ਮਸਲਸ ਦੇ ਨਾਲ, ਠੀਕ ਹੈ। ਉਹਦੇ ਅਕੋਰਡਿੰਗਲੀ ਫਿਰ ਅਸੀਂ ਡਿਫਾਈਨ ਕਰਦੇ ਹਾਂ ਕਿ ਜਿਹੜੀ ਲਾਈਟ ਇਨਫਿਨਿਟੀ ਤੋਂ ਆਣੀ, ਠੀਕ ਹੈ, ਤੇ ਜਿਹੜੀ ਲਾਈਟ ਨੀਅਰ ਪੁਆਇੰਟ ਤੋਂ ਆਣੀ, ਬੋਥ ਲਾਈਟ ਰੇ ਕਨਵਰਜ ਐਟ ਦਾ ਕਹਿੰਦਾ ਜੀ ਰੈਟੀਨਾ, ਤਾਂ ਕਿ ਉਹਦੀ ਇੱਕ ਸ਼ਾਰਪ ਤੇ ਕਲੀਅਰ ਇਮੇਜ ਜਿਹੜੀ ਆ ਉਹ ਮੇਰੇ ਆਈ ਦੇ ਰੈਟੀਨਾ ਯਾਨੀ ਸਕਰੀਨ ਦੇ ਉੱਤੇ ਬਣ ਪਾਵੇ। ਇੰਨੀ ਗੱਲ ਕਲੀਅਰ ਆ? Yes, sir. ਹੁਣ ਇਸੇ ਚੀਜ਼ ਨੂੰ ਲੈ ਕੇ ਅੱਗੇ ਗੱਲ ਕਰ ਰਿਹਾ ਕਿ ਜਿਹੜਾ ਆ ਤੁਹਾਡੇ ਕੋਲ 에ਅਰ ਮੀਡੀਅਮ ਹੋਏਗਾ ਇਹਦਾ ਰਿਫਰੈਕਟਿਵ ਇੰਡੈਕਸ 1.0 ਹੋਏਗਾ, ਜਿਹੜਾ ਮੇਰੇ ਕੋਲ ਕਾਰਨੀਆ ਮੀਡੀਅਮ ਹੋਏਗਾ ਇਹਦਾ ਰਿਫਰੈਕਟਿਵ ਇੰਡੈਕਸ ਮੇਰੇ ਕੋਲ ਜਿਹੜਾ ਵਾ ਉਹ 1.38 ਹੁੰਦਾ, ਠੀਕ ਹੈ। ਇਸ ਤੋਂ ਬਾਅਦ ਜਿਹੜਾ ਅਗਲਾ ਪੋਰਸ਼ਨ ਆਇਰਿਸ ਵਾਲਾ ਆ ਗਿਆ, ਇਸ ਪੋਰਸ਼ਨ ਦੇ ਅੰਦਰ ਜਿਹੜਾ ਐਕੁਅਸ ਹਿਊਮਰ ਆ, ਠੀਕ ਹੈ ਜੀ, ਉਹਦਾ ਰਿਫਰੈਕਟਿਵ ਇੰਡੈਕਸ 1.33 ਹੁੰਦਾ, ਠੀਕ ਹੈ। ਜਿਹੜਾ ਉਸ ਤੋਂ ਬਾਅਦ ਮੇਰੇ ਕੋਲ ਲੈਂਸ ਆ ਗਿਆ, ਲੈਂਸ ਦਾ ਰਿਫਰੈਕਟਿਵ ਇੰਡੈਕਸ ਜਿਹੜਾ ਵਾ ਇਹ 1.40 ਹੁੰਦਾ, ਤੇ ਉਸ ਤੋਂ ਬਾਅਦ ਜਿਹੜਾ ਮੇਰੇ ਕੋਲ ਵਿਟਰਸ ਹਿਊਮਰ ਵਾਲਾ ਪੋਰਸ਼ਨ ਆ ਗਿਆ, ਇਹਦਾ ਰਿਫਰੈਕਟਿਵ ਇੰਡੈਕਸ 1.34। ਇਹਦਾ ਮਤਲਬ ਨੰਬਰ ਆਫ ਟਾਈਮ
ਨੰਬਰ ਆਫ ਟਾਈਮ ਜਦੋਂ ਲਾਈਟ ਕਿਸੇ ਆਬਜੈਕਟ ਤੋਂ ਟਰੈਵਲ ਕਰਕੇ ਤੁਹਾਡੇ ਆਈ ਵੱਲ ਆਉਂਦੀ ਪਈ, a number of time the light get to be refracted, ठीक है। ਜਦੋਂ ਲਾਈਟ ਸਭ ਤੋਂ ਪਹਿਲਾਂ 에ਅਰ ਤੋਂ ਐਂਟਰ ਕੀਤੀ ਤੇ ਸਭ ਤੋਂ ਪਹਿਲਾਂ ਲਾਈਟ ਰੇਅਰ ਟੂ ਡੈਂਸਰ ਵੱਲ ਗਈ, ਯਾਨੀ 1.0 ਤੋਂ 1.38 ਵਾਲੇ ਮੀਡੀਅਮ ਚ ਗਈ, ਠੀਕ ਹੈ। ਤੇ ਲਾਈਟ ਦੀ ਰੇਅਰ ਟੂ ਡੈਂਸਰ ਰਿਫਰੈਕਸ਼ਨ ਹੋ ਜਾਏਗੀ। ਇਹਦੀ ਰੇ ਡਾਇਗਰਾਮ ਜਿਹੜੀ ਬਣਨੀ ਆ ਉਹ ਆਪਾਂ ਡਿਫੈਕਟ ਵਾਲੇ ਕੇਸ ਜਾ ਕੇ ਬਣਾਵਾਂਗੇ, ਇੱਥੇ ਲੋਡ ਨਹੀਂ ਆਣੀ, ਠੀਕ ਹੈ ਜੀ। ਉਹ 1.38 ਵਾਲੇ ਮੀਡੀਅਮ ਚ ਜਾਏਗੀ ਤੇ ਲਾਈਟ ਰੇਅਰ ਟੂ ਡੈਂਸਰ ਗਈ। ਉਸ ਤੋਂ ਬਾਅਦ ਲਾਈਟ ਜਿਹੜੀ ਹੈਗੀ ਆ ਉਹ ਕੋਰਨੀਆ ਵਾਲੇ ਵਾਈਟ ਪੋਰਸ਼ਨ ਚੋਂ ਨਿਕਲ ਕੇ ਇਸ ਐਕੁਅਸ ਹਿਊਮਰ ਵਾਲੇ ਪੋਰਸ਼ਨ ਚ ਜਾਂਦੀ, ਤੇ ਇੱਥੇ ਲਾਈਟ 1.38 ਵਾਲੇ ਤੋਂ 1.33 ਵਾਲੇ ਮੀਡੀਅਮ ਚ ਚਲੇਗੀ, ਠੀਕ ਆ। ਇਹਦਾ ਮਤਲਬ ਹੋ ਗਿਆ ਕਿ ਲਾਈਟ ਨਾउ ट्रैवल फ्रॉम डेंसर टू रेयर, ਇਹ ਵੱਲ ਫੇਰ ਰਿਫਰੈਕਸ਼ਨ ਹੋਏਗੀ। ਉਸ ਤੋਂ ਬਾਅਦ 1.33 ਵਾਲੇ ਚੋਂ ਨਿਕਲ ਕੇ, ठीक है, इस 1. कितना से कहता बोलिया एक्वस ह्यूमर दा रिफ्रैक्टिव इंडेक्स 1.33 1.33 ਸੀ ਨਾ, ਹਾਂ ਆ ਇੱਥੇ ਲਿਖ ਦਿੱਤਾ 1.33 ਹੈਗਾ, ਤੇ 1.38 ਚੋਂ ਨਿਕਲ ਕੇ ਜਦੋਂ 1.33 ਵਾਲੇ ਚ ਗਈ ਤਾਂ ਡੈਂਸਰ ਟੂ ਰੇਅਰ ਨਾਲ ਫੇਰ ਰਿਫਰੈਕਸ਼ਨ ਹੋਈ। ਉਸ ਤੋਂ ਬਾਅਦ 1.33 ਵਾਲੇ ਚੋਂ 1.40, ਲੈਂਸ ਸਾਡਾ ਇੱਕ ਐਸਐਚ ਮੰਨ ਲਓ ਕਹਿੰਦਾ ਜੀ ਜੈਲੀ ਟਾਈਪ ਮਟੀਰੀਅਲ ਤੋਂ ਬਣਿਆ ਹੋਇਆ, ਜਿਹਦਾ ਰਿਫਰੈਕਟਿਵ ਇੰਡੈਕਸ ਜਿਹੜਾ 1.40 ਆ, ਆਰਡੀਨਰੀ ਗਲਾਸ ਨਾਲੋਂ ਰਿਫਰੈਕਟਿਵ ਇੰਡੈਕਸ ਦਾ ਘੱਟ ਵਾ, ਠੀਕ ਹੈ। ਨਾਰਮਲ ਅਸੀਂ ਗਲਾਸ ਲੈਂਸ ਲੈਂਦੇ ਆ, ਇੱਥੇ ਸਾਡੇ ਕੋਲ ਜਿਹੜਾ ਉਹ ਜੈਲੀ ਲਾਈਕ ਲੈਂਸ ਹੈਗਾ। ਇਸ ਵੇਲੇ ਲਾਈਟ ਫਿਰ ਜਿਹੜੀ 1.33 ਵਾਲੇ ਤੋਂ 1.40 ਵਾਲੇ, ਫਿਰ ਰੇਅਰ ਟੂ ਡੈਂਸਰ, alternatively in a rarer to denser, denser to rarer, then again rarer to denser, and finally denser to rarer ਜਾਕੇ ਇਹਨੇ ਰੈਟੀਨਾ ਦੇ ਉੱਤੇ ਇਮੇਜ ਬਣਾਣੀ। ਇਹਦਾ ਮਤਲਬ ਹੁਣ ਲਾਈਟ ਜਦੋਂ ਇਹ ਚੋਂ ਨਿਕਲਣੀ ਆ ਤਾਂ now light will travel from denser to rarer, ਤੇ ਕਨਵੈਕਸ ਲੈਂਸ ਜਦੋਂ ਫਾਈਨਲੀ ਡੈਂਸਰ ਟੂ ਰੇਅਰ ਨਿਕਲਦੀ ਹੈ ਲਾਈਟ, ਹੈਨਾ, ਤਾਂ ਅਸੀਂ ਕਹਿੰਦੇ ਲੈਂਸ ਆਪਣਾ ਕਨਵਰਜਿੰਗ ਬਿਹੇਵੀਅਰ ਦਿਖਾਉਂਦਾ। ਆ ਲੈਂਸ ਆ ਗਿਆ, ਆ ਲੈਂਸ ਆ ਗਿਆ, ਲੈਂਸ ਦੇ ਇਧਰ ਵੀ ਰੇਅਰ ਮੀਡੀਅਮ ਆ, ਲੈਂਸ ਦੇ ਇਧਰ ਵੀ ਰੇਅਰ ਮੀਡੀਅਮ ਆ, ਇਸ ਲਈ ਜਦੋਂ ਦੋਨੋਂ ਪਾਸੇ ਰੇਅਰ ਮੀਡੀਅਮ ਆ, ਬੇਸ਼ੱਕ ਉਹ ਦੋਨਾਂ ਦੇ ਰਿਫਰੈਕਟਿਵ ਇੰਡੈਕਸ ਸੇਮ ਨਾ ਵੀ ਹੋਣ, ਪਰ ਆ ਵੀ ਰੇਅਰ ਵਿੱਚ ਡੈਂਸਰ ਆ, ਉਦੋਂ ਤੁਹਾਡਾ ਇਹ ਲੈਂਸ ਜਿਹੜਾ ਆਪਣੀ ਕਨਵਰਜਿੰਗ ਨੇਚਰ ਨੂੰ ਜਸਟੀਫਾਈ ਕਰਦਾ। ਗੱਲ ਸਮਝ ਆਈ? Yes, sir. Yes, sir. ਚਲ, ਸੋ ਐਸਐਚ ਇਹਦਾ ਮਤਲਬ ਇਹ ਹੋ ਗਿਆ ਕਿ ਜਦੋਂ ਲੈਂਸ ਵਿੱਚੋਂ ਲਾਈਟ ਨਿਕਲ ਕੇ ਇਸ ਵਿਟਰਸ ਹਿਊਮਰ ਚੋਂ ਹੋ ਕੇ ਜਾਣੀ ਟੂ ਰੀਚ ਫਾਈਨਲੀ ਐਟ ਦਾ ਰੈਟੀਨਾ, ਹਨਾ, ਤੇ ਲਾਈਟ ਆਪਣੇ ਐਸਐਚ ਲੈਂਸ ਦੇ ਥਰੂ ਕਨਵਰਜ ਹੋ ਕੇ ਲਾਈਟ ਜਾਣੀ। ਸੋ ਫਾਈਨਲੀ ਇੱਕ ਕਨਵਰਜਿੰਗ ਇਮੇਜ ਜਿਹੜੀ ਆ ਉਹ ਤੁਹਾਡੇ ਰੈਟੀਨਾ ਦੇ ਉੱਤੇ ਕਹਿੰਦਾ ਜੀ ਬਣਨੀ। ਹੁਣ ਜਦੋਂ ਰੈਟੀਨਾ ਦੇ ਉੱਤੇ ਇਮੇਜ ਬਣਨੀ ਆ ਨੰਬਰ ਆਫ ਰਿਫਰੈਕਸ਼ਨ ਹੋਣ ਤੋਂ ਬਾਅਦ, ਹਨਾ, ਉਹ ਕਹਿੰਦਾ ਜੀ ਐਸਐਚ ਤੁਹਾਡੇ ਆਈ ਦੀ ਅਕਮੋਡੇਸ਼ਨ ਕਿੰਨੀ ਹੈ ਲਾਈਟ ਵਾਸਤੇ। ਲਾਈਟ ਦੀ ਅਕਮੋਡੇਸ਼ਨ ਦਾ ਮਤਲਬ ਹੋਏਗਾ, ਇਹਨੂੰ ਅਸੀਂ ਨਾਮ ਦਿੰਦੇ ਪਾਵਰ ਆਫ ਅਕਮੋਡੇਸ਼ਨ ਆਫ ਦਾ ਆਈ। ਇਟ ਮੀਨਸ ਇਟ ਡਿਫਾਈਨ ਦਾ ਐਬਿਲਿਟੀ ਆਫ ਦਾ ਆਈ ਲੈਂਸ ਟੂ ਅਕਮੋਡੇਟ ਦਾ ਲਾਈਟ ਰੇ which are coming from infinity to the given point, ਠੀਕ ਹੈ। ਜਿਹੜੀਆਂ ਲਾਈਟ ਰੇ ਇਨਫਿਨਿਟੀ ਤੋਂ ਲੈ ਕੇ ਕਿਸੇ ਨੀਅਰ ਪੁਆਇੰਟ ਦੇ ਵਿੱਚ ਜਿਹੜੇ ਮਰਜ਼ੀ ਆਬਜੈਕਟ ਤੋਂ ਆਵੇ ਤੇ ਤੁਹਾਡੇ ਆਈ ਲੈਂਸ ਤੇ ਇਨਸੀਡੈਂਟ ਕਰੇ, ਤੇ ਆਈ ਲੈਂਸ ਦੀ ਕਿੰਨੀ ਐਬਿਲਿਟੀ ਆ ਬੇਟਾ ਉਸ ਲਾਈਟ ਨੂੰ ਅਕਮੋਡੇਟ ਕਰਨ ਦੀ, ਇਹਨੂੰ ਅਸੀਂ ਡਿਫਾਈਨ ਕਰਦੇ ਪਾਵਰ ਆਫ ਅਕਮੋਡੇਸ਼ਨ। ਤੇ ਪਾਵਰ ਆਫ ਅਕਮੋਡੇਸ਼ਨ ਨੂੰ ਡਿਫਾਈਨ ਕਰਨ ਵਾਸਤੇ ਅਸੀਂ ਉਹਦੀ ਰੇਂਜ ਆਫ ਵਿਜ਼ਨ ਦੱਸਦੇ ਹਾਂ ਕਿ ਸਾਡੇ ਆਈ ਦੀ ਵਿਜ਼ਨ ਦੀ ਰੇਂਜ ਕਿੰਨੀ ਆ, ਮੈਨੂੰ ਕਿੱਥੋਂ ਲੈ ਕੇ ਕਿੱਥੇ ਤੱਕ ਦਿਖਦਾ ਪਿਆ। ਉਹਦੇ ਲਈ ਅਸੀਂ ਦੋ ਪੁਆਇੰਟ ਡਿਫਾਈਨ ਕਰਦੇ ਆ, ਇੱਕ ਆਈ ਦਾ ਫਾਰ ਪੁਆਇੰਟ, ਇੱਕ ਆਈ ਦਾ ਫਾਰ ਪੁਆਇੰਟ, ਔਰ ਇੱਕ ਆਈ ਦਾ ਮੇਰੇ ਕੋਲ ਨੀਅਰ ਪੁਆਇੰਟ। ਹੁਣ ਜਿਹੜਾ ਫਾਰ ਪੁਆਇੰਟ ਆ ਉਹ ਅਸੀਂ ਮੰਨਦੇ ਕਿ ਸਾਡੇ ਨਾਰਮਲ ਆਈ ਦੇ ਅੰਦਰ ਜਿਹੜਾ ਫਾਰ ਪੁਆਇੰਟ ਆ ਉਹ ਇਨਫਿਨਿਟੀ ਤੇ ਆ, ਤੇ ਨਾਰਮਲ ਆਈ ਦਾ ਜਿਹੜਾ ਨੀਅਰ ਪੁਆਇੰਟ ਆ ਇਹਨੂੰ ਅਸੀਂ ਕੰਸੀਡਰ ਕਰਦੇ ਕਿ ਇਹ ਆਈ ਲੈਂਸ ਤੋਂ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਦੇ ਉੱਤੇ ਕਹਿੰਦਾ ਜੀ ਕੰਸੀਡਰ ਹੁੰਦਾ। ਮਤਲਬ ਅਸੀਂ ਆਈ ਤੋਂ ਆਪਣੇ ਆਈ ਲੈਂਸ ਤੋਂ 25 ਸੈਂਟੀਮੀਟਰ ਗੈਪ ਦੇ ਉੱਤੇ ਆਈ ਦਾ ਨੀਅਰ ਪੁਆਇੰਟ ਡਿਫਾਈਨ ਕਰਦੇ ਕਿ ਜੇ ਮੈਂ ਇੱਥੋਂ ਉਰੇ ਚੀਜ਼ ਨੂੰ ਰੱਖਿਆ, ਹਨਾ, ਆ ਚੀਜ਼ ਜ਼ਿਆਦਾ ਸਮਝਾ ਰਿਹਾ ਕਿ ਜੇ ਮੈਂ ਇੱਥੇ ਰੱਖ ਕੇ ਇਹਨੂੰ ਪੜ ਰਿਹਾ ਬੇਟਾ, ਤੇ ਮੈਂ ਜੇ ਮੇਰੀ ਨਾਰਮਲ ਵਿਜ਼ਨ ਆ ਤੇ ਇਹਨੂੰ ਮੈਂ 25 ਸੈਂਟੀਮੀਟਰ ਦੇ ਅਕੋਰਡਿੰਗਲੀ ਜੇ ਕੰਸੀਡਰ ਕਰਾਂ ਤੇ ਇਹਦੀ ਇੱਕ ਕਲੀਅਰ ਇਮੇਜ ਮੇਰੇ ਰੈਟੀਨਾ ਤੇ ਬਣੇਗੀ। ਜੇ ਇਹਨੂੰ ਮੈਂ ਬਹੁਤ ਜ਼ਿਆਦਾ ਕਲੋਜ਼ ਲੈ ਕੇ ਆਵਾਂ, ਠੀਕ ਹੈ, ਤੇ ਇਸ ਮੂਮੈਂਟ ਤੇ ਇਹਦੀ ਕੋਈ ਕਲੀਅਰ ਇਮੇਜ ਮੇਰੇ ਆਈ ਤੇ ਨਹੀਂ ਬਣ ਰਹੀ ਰੈਟੀਨਾ ਤੇ। ਇਹਦਾ ਮਤਲਬ ਇਹ ਹੋਇਆ ਕਿ ਇੱਕ ਮਿਨੀਮਮ ਡਿਸਟੈਂਸ ਹੋਏਗਾ, ਠੀਕ ਹੈ, ਐਟ ਵਿਚ ਦਾ ਆਬਜੈਕਟ ਸ਼ੁੱਡ ਬੀ ਹੈਲਡ in front of the eye lens
so that it can give the clear image on our कहंदा जी retina। ਇਹਦਾ ਮਤਲਬ ਇਸ ਆਬਜੈਕਟ ਦੀ ਐਸ ਸੱਚ ਆਈ ਲੈਂਸ ਤੋਂ ਇੱਕ ਮਿਨੀਮਮ ਡਿਸਟੈਂਸ ਦੀ ਵੈਲਿਊ ਜਿੱਥੇ ਮੈਨੂੰ ਘੱਟੋ ਘੱਟ ਆਬਜੈਕਟ ਰੱਖਣਾ ਪਏਗਾ ਤਾਂ ਕਿ ਇਹਦੀ ਇੱਕ ਕਲੀਅਰ ਇਮੇਜ ਜਿਹੜੀ ਆ ਉਹ ਮੇਰੇ ਐਸ ਸੱਚ ਰੈਟੀਨਾ ਦੇ ਉੱਤੇ ਬਣ ਸਕੇ। ਉਹਦੇ ਲਈ ਆਈ ਲੈਂਸ ਤੋਂ ਫਿਰ ਜਿਹੜਾ ਡਿਸਟੈਂਸ ਕੰਸੀਡਰ ਕਰਦੇ ਆ ਇਹਨੂੰ ਅਸੀਂ ਨਾਮ ਦੇ ਦਿੰਦੇ ਇਹ ਨੀਅਰ ਪੁਆਇੰਟ ਆਫ ਦਾ ਆਈ ਹੋਏਗਾ। ਠੀਕ ਹੈ, ਇਦਾਂ ਹੀ ਅਸੀਂ ਇਨਫਿਨਿਟੀ ਤੇ ਦੂਜਾ ਪੁਆਇੰਟ ਕਹਿੰਦੇ ਆ ਕਿ ਨਾਰਮਲ ਆਈ ਨੀਅਰ ਪੁਆਇੰਟ ਤੋਂ ਲੈ ਕੇ ਇਨਫਿਨਿਟੀ ਤੱਕ, ਨੀਅਰ ਪੁਆਇੰਟ ਤੋਂ ਲੈ ਕੇ ਇਨਫਿਨਿਟੀ ਤੱਕ ਇਹਦੇ ਇਨ ਬਿਟਵੀਨ ਜਿੱਥੇ ਵੀ ਆਬਜੈਕਟ ਰੱਖ ਦੋ ਇਟ ਆਲਵੇਜ਼ ਗਿਵ ਦਾ ਕਲੀਅਰ ਇਮੇਜ ਔਨ ਦਾ ਰੈਟੀਨਾ। ਇਮਲ ਆਈ ਲੈਂਸ ਆਪਣੇ ਆਪ ਦੇ ਕਰਵੇਚਰ ਨੂੰ ਚੇਂਜ ਕਰਾ ਕੇ ਆਪਣੀ ਕਰਵੇਚਰ ਜਿਹੜੀ ਆਈ ਲੈਂਸ ਦੀ ਹੋਏਗੀ ਇਹਦੀ ਕਰਵੇਚਰ ਨੂੰ ਚੇਂਜ ਕਰਾ ਕੇ ਇਸ ਵੇ ਨਾਲ ਕਰਵੇਚਰ ਵੱਧ ਗਈ ਕਰਵੇਚਰ ਘਟ ਗਈ ਕੁਝ ਇਸ ਵੇ ਨਾਲ ਚੇਂजेस ਕਰਕੇ ਠੀਕ ਹੈ ਇਹ ਉਸ ਲਾਈਟ ਨੂੰ ਰੈਟੀਨਾ ਤੱਕ ਪਹੁੰਚਾਉਂਦਾ। ਇਹ ਨਾਲ ਜਦੋਂ ਇਨਫਿਨਿਟੀ ਤੇ ਆਬਜੈਕਟ ਆ ਠੀਕ ਹੈ ਉਸ ਇਨਸਟੈਂਟ ਦੇ ਉੱਤੇ ਆ ਲਾਈਨਾਂ ਸਮਝਣ ਵਾਲੀਆਂ ਸਾਰੀਆਂ ਜਦੋਂ ਆਬਜੈਕਟ ਮੇਰਾ ਇਨਫਿਨਿਟੀ ਤੇ ਹੋਏਗਾ ਜਦੋਂ ਆਬਜੈਕਟ ਮੇਰਾ ਇਨਫਿਨਿਟੀ ਤੇ ਹੋਏਗਾ ਤੇ ਤੁਹਾਡਾ ਜਿਹੜਾ ਆ ਆਈ ਲੈਂਸ ਹੈਗਾ ਇਹ ਮੈਕਸਿਮਮ ਸਟ੍ਰੈਚ ਹੋ ਜਾਂਦਾ ਮਤਲਬ ਇਸ ਪੋਜੀਸ਼ਨ ਤੋਂ ਇਹਦੀ ਕਰਵੇਚਰ ਦਾ ਰੇਡੀਅਸ ਮੈਕਸਿਮਮ ਵੱਧ ਜਾਂਦਾ ਤੇ ਜਦੋਂ ਕਰਵੇਚਰ ਦਾ ਰੇਡੀਅਸ ਵੱਧਦਾ ਵਾ ਹਨਾ ਇਹਦਾ ਮਤਲਬ ਹੋ ਗਿਆ ਕਿ ਵੀ ਉਸ ਲੈਂਸ ਦੀ ਫੋਕਲ ਲੈਂਥ ਵੀ ਵੱਧ ਜਾਂਦੀ ਹੈ ਤੇ ਲਾਈਟ ਨੂੰ ਕਨਵਰਜ ਕਰਨ ਦੀ ਐਬਿਲਿਟੀ ਜਿਹੜੀ ਉਹ ਘਟ ਜਾਂਦੀ ਹੈ। ਠੀਕ ਹੈ, ਬਟ ਇਸ ਮੂਮੈਂਟ ਤੇ ਅਸੀਂ ਕੰਸੀਡਰ ਇਹ ਕਰਦੇ ਕਿ ਜਿਹੜਾ ਸਾਡਾ ਆਈ ਲੈਂਸ ਹੋਏਗਾ ਜਦੋਂ ਇਹਨੇ ਆਪਣੇ ਸਾਈਜ਼ ਨੂੰ ਐਨਲਾਰਜ ਕੀਤਾ ਇਹਦੇ ਕਰਵੇਚਰ ਦਾ ਰੇਡੀਅਸ ਅੱਗੇ ਨਾਲੋਂ ਵੱਧ ਗਿਆ। ਕਿੱਦਾਂ ਦੱਸਦਾ ਪਿਆ ਆ ਚੀਜ਼ ਦੱਸੀ ਹੋਈ ਆ ਕਿ ਜੇ ਆ ਸਰਫੇਸਿਸ ਨੇ ਸੈਂਟਰ ਤੋਂ ਆ ਉਹਦਾ ਰੇਡੀਅਸ ਆ ਤੇ ਜੇ ਮੈਂ ਕਰਵੇਚਰ ਇਹਦੀ ਜਿਹੜੀ ਫਲੈਟ ਕਰਦਾ ਚਲਾ ਜਾਵਾਂ ਜਿੱਦਾਂ ਦਾ ਕਰਵੇਚਰ ਫਲੈਟ ਕਰਾਂਗਾ ਤਾਂ ਸੈਂਟਰ ਤੋਂ ਆ ਰੇਡੀਅਸ ਦੀ ਅਮਾਉਂਟ ਵਧਣੀ ਆ। ਇੰਨੀ ਗੱਲ ਸਮਝ ਲੱਗ ਰਹੀ? Yes, sir. Yes, sir. ਜੇ ਕਰਵੇਚਰ ਦਾ ਰੇਡੀਅਸ ਵੱਧ ਰਿਹਾ ਤੇ ਇਸ ਫਾਰਮੂਲੇ ਦੇ ਅਕੋਰਡਿੰਗਲੀ 1/f = mu minus 1 into 1/r1 1/r1 minus 1/r2 ਤੇ ਜੇ ਕਰਵੇਚਰ ਦਾ ਰੇਡੀਅਸ ਵਧਿਆ ਵਾ ਮੇਰਾ ਹਨਾ ਤੇ ਆ ਉਹਦੇ ਰੈਸੀਪ੍ਰੋਕਲ ਵੈਲਿਊਜ਼ ਜਿਹੜੀਆਂ ਨੇ ਇਹ ਛੋਟੀਆਂ ਹੋ ਜਾਣੀਆਂ ਮਤਲਬ r1 r2 ਵਧ ਰਿਹਾ ਤੇ ਆ 1/r1 1/r2 ਛੋਟਾ ਹੋ ਜਾਣਾ। ਠੀਕ ਹੈ, ਤੇ ਇਹਦਾ ਮਤਲਬ ਜੇ r1 r2 ਵਧਿਆ ਤੇ ਇਧਰੋਂ ਫੋਕਲ ਲੈਂਥ ਵੀ ਮੇਰੀ ਵਧ ਗਈ। ਠੀਕ ਹੈ, ਔਰ ਫੋਕਲ ਲੈਂਥ ਵਧਣ ਦਾ ਮਤਲਬ ਹੈ ਲਾਈਟ ਨੂੰ ਕਨਵਰਜ ਕਰਨ ਦੀ ਐਬਿਲਿਟੀ ਕਿਉਂਕਿ ਪਾਵਰ ਆਫ ਦਾ ਲੈਂਸ ਜਿਹੜਾ ਵਾ ਉਹ ਫੋਕਲ ਲੈਂਥ ਦੇ ਰੈਸੀਪ੍ਰੋਕਲ ਆ ਤੇ ਜੇ ਫੋਕਲ ਲੈਂਥ ਉਹਦੀ ਵੱਧਦੀ ਆ ਤੇ ਇਹਦੇ ਨਾਲ ਉਹਦੇ ਕਨਵਰਜ ਕਰਨ ਦੀ ਐਬਿਲਿਟੀ ਜਿਹੜੀ ਉਹ ਘਟਦੀ ਆ। ਇਸ ਲਈ ਐਸਐਚ ਕੀ ਹੋਏਗਾ ਕਿ ਜਦੋਂ ਤੁਸੀਂ ਕਿਸੇ ਨੀਅਰ ਬਾਈ ਆਬਜੈਕਟ ਦੀ ਜਗ੍ਹਾ ਤੇ ਕਿਸੇ ਫਾਰ ਆਫ ਆਬਜੈਕਟ ਨੂੰ ਦੇਖੋਗੇ ਅਸੀਂ ਫਾਰ ਆਫ ਆਬਜੈਕਟ ਐਟ ਇਨਫਿਨਿਟੀ ਮੰਨ ਲੈਂਦੇ ਤੇ ਉਸ ਇਨਸਟੈਂਟ ਦੇ ਉੱਤੇ ਆਪਣੇ ਜਿਹੜਾ ਆਈ ਲੈਂਸ ਹੋਏਗਾ ਅਸੀਂ ਇਹਦੇ ਲਈ ਵਰਡ ਬੋਲਦੇ ਇਹ ਫੁੱਲੀ ਰਿਲੈਕਸ ਸਟੇਟ ਚ ਹੋਏਗਾ। ठीक है, in American च भी word use होना कि भी when the eye lens is in the fully relaxed state ते मैनू अपने आप क्लियर हो जाए कि उदो ऑब्जेक्ट जेड़ा वा वो इनफिनिटी ते कंसीडर किया गया वा। इन्नी गल समझ लगी? Yes, sir. Yes, sir. मैं फिर यही लाइन रिपीट कर रहा एक बारी ਅਸੀਂ ਇਹ ਗੱਲ ਕਹਿੰਦੇ ਪਏ ਅਸੀਂ ਆਈ ਦੀਆਂ ਦੋ ਪੋਜੀਸ਼ਨ ਦੱਸਦੇ ਆ ਇੱਕ ਵਰਡ ਯੂਜ਼ ਹੁੰਦਾ ਸਟ੍ਰੇਨਡ ਆਈ ਪੋਜੀਸ਼ਨ ਤੇ ਇੱਕ ਵਰਡ ਯੂਜ਼ ਹੁੰਦਾ ਫੁੱਲੀ ਰਿਲੈਕਸਡ ਆਈ ਪੋਜੀਸ਼ਨ ਤੇ ਪੁੱਤ ਫੁੱਲੀ ਰਿਲੈਕਸਡ ਆਈ ਅਸੀਂ ਕਿਹਨੂੰ ਕਹਿੰਦੇ ਜਦੋਂ ਮੈਂ ਇਨਫਿਨਿਟੀ ਤੇ ਦੇਖਣਾ ਨਾ ਤਾਂ ਮੈਂ ਕਹਾਂ ਉਹ ਕਿਤੇ ਦੂਰ ਚੀਜ਼ ਆ ਤੇ ਆਪਣੀਆਂ ਅੱਖਾਂ ਨੂੰ ਅਸੀਂ ਜਦੋਂ ਐਨਲਾਰਜ ਕਰਦੇ ਆ ਤੇ ਬੇਸਿਕਲੀ ਆ ਲੈਂਸ ਜਿਹੜਾ ਵਾ ਇਹਦਾ ਕਰਵੇਚਰ ਦਾ ਰੇਡੀਅਸ ਵੱਧਦਾ ਵਾ ਤੇ ਕਰਵੇਚਰ ਦੇ ਰੇਡੀਅਸ ਦੇ ਵਧਣ ਕਰਕੇ ਠੀਕ ਹੈ ਜੀ ਇਧਰੋਂ ਫੋਕਲ ਲੈਂਥ ਅਸੀਂ ਕਹਿੰਦੇ ਜੀ ਇਨਕਰੀਜ਼ ਹੁੰਦੀ ਆ ਤੇ ਉਹਦੀ ਐਬਿਲਿਟੀ ਟੂ ਕਨਵਰਜ ਦਾ ਲਾਈਟ ਉਹ ਘਟਦੀ ਆ। ਠੀਕ ਹੈ, ਪਰ ਆਈ ਆਪਣੇ ਆਪ ਦੇ ਲੈਂਸ ਨੂੰ ਇਸ ਵੇ ਨਾਲ ਐਡਜਸਟ ਕਰਦੀ ਆ ਕਿ ਵੀ ਉਹ ਦੂਰ ਪਏ ਆਬਜੈਕਟ ਦੀ ਵੀ ਇੱਕ ਕਲੀਅਰ ਇਮੇਜ ਜਿਹੜੀ ਆ ਉਹ ਤੁਹਾਡੇ ਇਸ ਰੈਟੀਨਾ ਦੇ ਉੱਤੇ ਕਹਿੰਦਾ ਜੀ ਬਣ ਸਕੇ। ਤੇ ਆਪਾਂ ਨੂੰ ਇੱਕ ਪ੍ਰੋਪਰਟੀ ਪਤਾ ਕਿ ਵੀ ਜੇਕਰ ਮੇਰੇ ਕੋਲ ਆਬਜੈਕਟ ਅਸੀਂ ਇਨਫਿਨਿਟੀ ਤੇ ਗਿਣਦੇ ਆ ਠੀਕ ਹੈ ਜੇ ਆਬਜੈਕਟ ਮੇਰੇ ਕੋਲ ਇਨਫਿਨਿਟੀ ਤੇ ਆ ਵੇਅਰ ਇਟ ਗੈਟ ਦਾ ਫੋਕਸ ਜੇ ਆਬਜੈਕਟ ਇਨਫਿਨਿਟੀ ਤੇ ਹੋਏਗਾ ਇਮੇਜ ਕਿੱਥੇ ਬਣਾਏਗਾ ਬੇਟਾ? Focus. ਫੋਕਸ ਤੇ ਹਨਾ। ਇਹਦਾ ਮਤਲਬ ਇਹ ਚੀਜ਼ ਹੋਈ ਕਿ ਜਦੋਂ ਆਬਜੈਕਟ ਤੁਹਾਡੇ ਕੋਲ ਇਸ ਲੈਂਸ ਵਾਸਤੇ ਇਨਫਿਨਿਟੀ ਤੇ ਗਿਣਿਆ ਗਿਆ ਤੇ ਇਹਨੇ ਆਪਣੀ ਇਮੇਜ ਰੈਟੀਨਾ ਜੇ ਮੇਰੀ ਆਈ ਨਾਰਮਲ ਆ ਕੋਈ ਡਿਫੈਕਟ ਨਹੀਂ ਹੈਗਾ ਨੇੜੇ ਦਾ ਦੂਰ ਦਾ ਕੋਈ ਡਿਫੈਕਟ ਨਹੀਂ ਹੈਗਾ ਤੇ ਇਹਦੇ ਵਿੱਚੋਂ ਲਾਈਟ ਰੇ ਨਿਕਲ ਕੇ ਰੈਟੀਨਾ ਦੇ ਉੱਤੇ ਇਮੇਜ ਦਊਗੀਆਂ ਤੇ ਅਸੀਂ ਡਿਫਾਈਨ ਕੀਤਾ ਕਿ ਵੀ ਆਪਣੇ ਕੋਲ ਆ ਕੰਡੀਸ਼ਨ ਆ ਕਿ ਕਿਸੇ ਲੈਂਸ ਤੇ ਜਦੋਂ ਲਾਈਟ ਰੇ ਪੈਰਲਲ ਆਉਂਦੀਆਂ ਤੇ ਉਹ ਇਨਫਿਨਿਟੀ ਤੋਂ ਆ ਰਹੀਆਂ ਤੇ ਇਨਫਿਨਿਟੀ ਵਾਲੀ ਲਾਈਟ ਰੇ ਜਿਹੜੇ ਪੁਆਇੰਟ ਤੇ ਕਨਵਰਜ ਕਰਦੀਆਂ ਉਹ ਫੋਕਸ ਆ
ਤੇ ਹੁਣ ਜੇ ਇਸ ਮੂਮੈਂਟ ਤੇ ਅਸੀਂ ਇਨਫਿਨਿਟੀ ਤੋਂ ਦੇਖਦੇ ਪਏ ਆ, ਫਾਰ ਪੁਆਇੰਟ ਜਿੱਥੇ ਮੇਰਾ ਆਈ ਦਾ ਵਾ ਉੱਥੋਂ ਰੇਜ਼ ਮੇਰੇ ਆਈ ਵੱਲ ਆ ਰਹੀਆਂ, ਇਹ ਮਤਲਬ ਪੈਰਲਲ ਬੀਮ ਦੀ ਫਾਰਮ ਚ ਆਈਆਂ, ਤੇ ਉਹ ਜਿੱਥੇ ਕਨਵਰਜ ਕਰਨੀਆਂ ਉਹ ਪੁਆਇੰਟ ਫੋਕਸ ਆ। ਤੇ ਅਸੀਂ ਇਹ ਕਹਿੰਦੇ ਕਿ ਇਸ ਲੈਂਸ ਦੇ ਥਰੂ ਜਦੋਂ ਲਾਈਟ ਰੇ ਪਾਸ ਕਰੇਗੀ ਤੇ ਉਹ ਲਾਈਟ ਰੇ ਐਸ ਸੱਚ ਕਨਵਰਜ ਕਰਦੀਆਂ ਰੈਟੀਨਾ ਦੇ ਉੱਤੇ। ਤੇ ਇਹਦਾ ਮਤਲਬ ਇਹ ਹੋਇਆ ਕਿ ਇਸ ਲੈਂਸ ਦੇ ਸੈਂਟਰ ਤੋਂ ਲੈ ਕੇ ਰੈਟੀਨਾ ਤੱਕ ਦਾ ਜਿਹੜਾ ਡਿਸਟੈਂਸ ਆ ਇਹ ਫੋਕਲ ਲੈਂਥ ਦੇ ਬਰਾਬਰ ਹੋ ਜੂ। Yes, sir. Yes, sir. क्या गल समझ लगती पई जो दसदा पिया? Yes, sir. हाँ जी sir. चलो ਇਹਦਾ Yes, sir. ਮਤਲਬ ਇਹ ਹੋ ਗਿਆ ਕਿ ਵੀ ਜੇ ਆ ਡਿਸਟੈਂਸ ਮੇਰਾ ਫੋਕਲ ਲੈਂਥ ਦੇ ਬਰਾਬਰ ਆ ਤੇ ਇਹਦਾ ਮਤਲਬ ਲੈਂਸ ਤੋਂ ਲੈ ਕੇ ਇੱਥੇ ਤੱਕ ਦਾ ਜਿਹੜਾ ਡਿਸਟੈਂਸ ਹੋਏਗਾ, ਠੀਕ ਹੈ, ਲੈਂਸ ਤੋਂ ਲੈ ਕੇ ਜਿਹੜਾ ਇੱਥੇ ਤੱਕ ਦਾ ਡਿਸਟੈਂਸ ਹੋਏਗਾ ਇਹਨੂੰ ਮੈਂ ਡਿਫਾਈਨ ਕਰਾਂ ਤੇ ਇਹ ਇਸ ਗਿਵਨ ਲੈਂਸ ਦੀ ਫੋਕਲ ਲੈਂਥ ਬਣ ਜੂ। ਹਾਂਜੀ Yes, sir. ਤੇ ਅਸੀਂ ਕਿਹਾ ਸੀ ਕਿ ਜਿਹੜਾ ਸਾਡੀ ਸਫੈਰਿਕਲ ਬਾਲ ਆ, ਆਈ ਦੀ ਜਿਹੜੀ ਬਾਲ ਹੈਗੀ ਆ ਇਹ 2.5 ਸੈਂਟੀਮੀਟਰ ਦੀ ਆ, ਠੀਕ ਹੈ। ਇਹਦਾ ਮਤਲਬ ਜੇ ਇਸ ਮੂਮੈਂਟ ਤੇ ਅਗਲੇ ਡਿਸਟੈਂਸ ਨੂੰ ਮੈਂ ਇਗਨੋਰ ਕਰ ਦਵਾਂ ਤੇ ਇਹਦਾ ਮਤਲਬ ਮੇਰੇ ਇਸ ਆਈ ਲੈਂਸ ਦੀ ਜਿਹੜੀ ਫੋਕਲ ਲੈਂਥ ਹੋਏਗੀ, ਇਸ ਆਈ ਲੈਂਸ ਦੀ ਜਿਹੜੀ ਫੋਕਲ ਲੈਂਥ ਹੋਏਗੀ ਉਹ 2.5 ਸੈਂਟੀਮੀਟਰ ਆਜੂ। Yes, sir. ਇਹਦਾ Yes, sir. ਮਤਲਬ ਤੁਹਾਡੇ ਗਿਵਨ ਆਈ ਲੈਂਸ ਦੀ ਫੋਕਲ ਲੈਂਥ ਜਿਹੜੀ ਆ ਉਹ 2.5 ਸੈਂਟੀਮੀਟਰ ਆ, ਔਰ ਇਹਦੇ ਅਕੋਰਡਿੰਗਲੀ ਜੇ ਅਸੀਂ ਪਾਵਰ ਆਫ ਲੈਂਸ ਕੱਢੀਏ, ਠੀਕ ਹੈ, ਪਾਵਰ ਆਫ ਲੈਂਸ ਵਿਚ ਇਜ਼ ਇਕੁਅਲ ਟੂ 1/f, ਪਰ ਇਹ 1/f ਤਾਂ ਲਈਏ ਜੇ ਫੋਕਲ ਲੈਂਥ ਮੀਟਰਾਂ ਚ ਹੁੰਦੀ ਤੇ ਆਪਣਾ ਇਸ ਵੇਲੇ ਫਾਰਮੂਲਾ ਲੱਗ ਗਿਆ 100/f। 100/f ਦੇ ਅਕੋਰਡਿੰਗਲੀ ਆਪਣੇ ਕੋਲ ਆ ਗਿਆ 1000/25 ਤੇ ਇਹਨੂੰ ਸੋਲਵ ਕਰ ਲਵਾ ਤੇ ਆਈ ਲੈਂਸ ਦੀ ਜਿਹੜੀ ਕਨਵਰਜ ਕਰਨ ਦੀ ਐਬਿਲਿਟੀ ਆ 40 ਡਾਇਪਟਰ ਆ, that is too much ਕਹਿੰਦਾ ਜੀ ਗ੍ਰੇਟਰ। ਇਹ ਮਤਲਬ ਆਈ ਲੈਂਸ ਦੀ ਜਿਹੜੀ ਲਾਈਟ ਨੂੰ ਕਨਵਰਜ ਕਰਨ ਦੀ ਪਾਵਰ ਆ ਉਹ 40 ਡਾਇਪਟਰ ਦਾ ਕਹਿੰਦਾ ਜੀ ਇਹ ਲੈਂਸ ਵਾ ਸਾਡੀ ਅੱਖ ਦੇ ਅੰਦਰ ਲੱਗਿਆ ਹੋਇਆ। ਕਿ ਇੰਨੀ ਗੱਲ ਕਲੀਅਰ ਆ? sir. Yes, sir. Yes, sir. अगली वो बता दो। Yes, sir. ਇੰਨਾ ਸਮਝ ਲੱਗ ਰਿਹਾ ਬੱਚੇ? Yes, sir. ਚਲੋ ਸੋ ਇੰਨੀ ਮੇਰੇ ਕੋਲ ਕਹਿੰਦਾ ਸਾਡੇ ਆਈ ਲੈਂਸ ਦੀ ਪਾਵਰ ਆ ਗਈ। ਹੁਣ ਇਹ ਆ ਗਿਆ ਕਿ ਜਦੋਂ ਆਪਾਂ ਇਨਫਿਨਿਟੀ ਤੋਂ ਕੋਈ ਲਾਈਟ ਰੇਜ਼ ਆ ਰਹੀਆਂ ਉਹਨੂੰ ਆਈ ਨੇ ਅਕਮੋਡੇਟ ਕਰਨਾ, ਉਹਦੇ ਲਈ ਆਈ ਲੈਂਸ ਨੇ ਆਪਣੀ ਕਰਵੇਚਰ ਜਿਹੜੀ ਉਹ ਫਲੈਟ ਕਰ ਲਈ, ਠੀਕ ਹੈ, ਫਲੈਟ ਕਰਕੇ ਉਹਨੇ ਦੂਰੋਂ ਆਉਂਦੀਆਂ ਰੇਜ਼ ਜਿਹੜੀਆਂ ਉਹ ਕਨਵਰਜ ਕਰਤੀਆਂ ਰੈਟੀਨਾ ਦੇ ਉੱਤੇ। ਤਾਂ ਅਸੀਂ ਕਹਿੰਦੇ ਜੀ ਮੈਨੂੰ ਇੱਕ ਕਲੀਅਰ ਇਮੇਜ ਜਿਹੜੀ ਆ ਉਹ ਇਨਫਿਨਿਟੀ ਤੇ ਪਏ ਆਬਜੈਕਟ ਦੀ ਦਿਖ ਜਾਏਗੀ। ਇਦਾਂ ਹੀ ਦੂਜਾ ਪੁਆਇੰਟ ਅਸੀਂ ਆਈ ਦਾ ਕੰਸੀਡਰ ਕਰਦੇ ਜਿਹੜਾ ਉਹ ਨੀਅਰ ਪੁਆਇੰਟ ਆ। ਨਾਰਮਲ ਆਈ ਦਾ ਫਾਰ ਪੁਆਇੰਟ ਜਿਹੜਾ ਬਣ ਗਿਆ ਜਿੱਥੋਂ ਰੇਜ਼ ਕਨਵਰਜ ਕਰਕੇ ਰੈਟੀਨਾ ਤੇ ਆ ਰਹੀਆਂ ਉਹ ਫਾਰ ਪੁਆਇੰਟ ਇਨਫਿਨਿਟੀ ਤੇ ਆ, ਤੇ ਜਿਹੜਾ ਨਾਰਮਲ ਆਈ ਦਾ ਨੀਅਰ ਪੁਆਇੰਟ ਆ ਉਹਨੂੰ ਅਸੀਂ ਕੰਸੀਡਰ ਕਰਦੇ ਉਹ ਆਈ ਲੈਂਸ ਤੋਂ 25 ਸੈਂਟੀਮੀਟਰ ਆ। ਡੈਫੀਨੇਸ਼ਨ ਇਹ ਦੇ ਦਿੰਦੇ ਨੀਅਰ ਪੁਆਇੰਟ ਦੀ, ਇਟ ਇਜ਼ ਦਾ ਮਿਨੀਮਮ ਡਿਸਟੈਂਸ ਫਰਮ ਦਾ ਆਈ ਲੈਂਸ where the object should be held, ठीक है, where the object should be held so that it will give the clear image on our retina। ਇਹਦਾ ਮਤਲਬ ਰੈਟੀਨਾ ਦੇ ਉੱਤੇ ਕਲੀਅਰ ਇਮੇਜ ਲੈਣ ਵਾਸਤੇ ਮੈਂ ਆਈ ਲੈਂਸ ਤੋਂ ਮਿਨੀਮਮ ਕਿੰਨੇ ਡਿਸਟੈਂਸ ਤੇ ਆਬਜੈਕਟ ਰੱਖਾਂ ਤਾਂ ਕਿ ਉਹਦੀ ਇੱਕ ਕਲੀਅਰ ਇਮੇਜ ਜਿਹੜੀ ਆ ਉਹ ਰੈਟੀਨਾ ਤੇ ਬਣ ਪਾਏ। ਤੇ ਉਸ ਡਿਸਟੈਂਸ ਨੂੰ ਅਸੀਂ ਨਾਮ ਦੇ ਦਿੰਦੇ ਕਿ ਉਹ ਆਈ ਦਾ ਨੀਅਰ ਪੁਆਇੰਟ ਆ। ਤੇ ਨਾਰਮਲ ਆਈ ਵਾਸਤੇ ਕਿਸੇ ਇੱਕ ਅਡਲਟ ਕਹ ਲੋ ਕਿ ਹਿਊਮਨ ਵਾਸਤੇ ਜਿਹੜਾ ਤੁਹਾਡਾ ਨੀਅਰ ਪੁਆਇੰਟ ਆ ਉਹ 25 ਸੈਂਟੀਮੀਟਰ। ਇੱਕ ਨੀਅਰ ਕਹ ਲੋ ਕਿ ਵੀ ਜਸਟ ਕਹਿੰਦਾ ਜੀ ਜਿਹੜਾ ਬੱਚਾ ਹੋਏਗਾ ਛੋਟਾ ਜਿਹਾ, ਠੀਕ ਹੈ, ਉਹਦੀ ਐਸਐਚ ਨੀਅਰ ਪੁਆਇੰਟ 7 ਸੈਂਟੀਮੀਟਰ ਆ, ਠੀਕ ਹੈ, ਪਰ ਜਿੱਦਾਂ ਜਿੱਦਾਂ ਏਜ ਵੱਧਦੀ ਆ ਤੇ ਨੀਅਰ ਪੁਆਇੰਟ 7 ਸੈਂਟੀਮੀਟਰ ਤੋਂ ਪਿੱਛੇ ਜਾਂਦਾ ਤੇ ਸਾਡੀ ਏਜ ਦੇ ਅੰਦਰ ਆ ਕੇ ਅਸੀਂ ਮੰਨ ਲੈਂਦੇ ਕਿ ਇਹ 25 ਸੈਂਟੀਮੀਟਰ ਤੋਂ ਵੀ ਪਿੱਛੇ ਚਲਾ ਗਿਆ, ਠੀਕ ਹੈ। ਤੁਹਾਡੀ ਏਜ ਦੇ ਅੰਦਰ ਅਸੀਂ ਮੰਨਦੇ ਕਿ ਤੁਹਾਡੀ ਆਈ ਦਾ ਨੀਅਰ ਪੁਆਇੰਟ ਜਿਹੜਾ ਉਹ 25 ਸੈਂਟੀਮੀਟਰ ਦੇ ਆਸ-ਪਾਸ ਆ, ਠੀਕ ਹੈ। ਹੁਣ ਜਿੱਦਾਂ ਜਿੱਦਾਂ ਆਪਣੀ ਏਜ ਵੱਧ ਰਹੀ ਆ, ਠੀਕ ਹੈ ਜੀ, ਸਿਲਰੀ ਮਸਲ ਦਾ ਲੈਂਸ ਨੂੰ ਗ੍ਰਿਪ ਕਰਨਾ ਜਿਹੜਾ ਵਾ ਉਹ ਮੁਸ਼ਕਿਲ ਹੋ ਰਿਹਾ, ਠੀਕ ਹੈ। ਤੇ ਆ ਜਿਹੜੀ ਐਸਐਚ ਤੁਹਾਡੇ ਕੋਲ ਇਮੇਜ ਬਣਨੀ ਆ ਇਸ ਆਬਜੈਕਟ ਦੀ, ਇਹਦੇ ਲਈ ਆ ਨੀਅਰ ਪੁਆਇੰਟ ਜਿਹੜਾ ਵਾ ਇਹ 7 ਤੋਂ ਬੈਕ ਜਾਂਦਾ ਜਾਏਗਾ। ਜਦੋਂ ਅਸੀਂ ਕਹਿੰਦੇ ਕਿ ਵੀ ਮੇਰੀ ਨੇੜੇ ਦੀ ਨਿਗਾਹ ਕਮਜ਼ੋਰ ਆ ਜਾਂ ਦੂਰ ਦੀ ਆ, ਇਹਦਾ ਮਤਲਬ ਉਦੋਂ ਤੁਹਾਡੀ ਆਈ ਦਾ ਨਾਰਮਲ ਨੀਅਰ ਪੁਆਇੰਟ ਤੇ ਨਾਰਮਲ ਫਾਰ ਪੁਆਇੰਟ ਨਹੀਂ ਰਹਿ ਗਿਆ, ਠੀਕ ਹੈ। ਅਸੀਂ ਕਹਿੰਦੇ ਜੀ ਆਈ ਦਾ ਨੀਅਰ ਪੁਆਇੰਟ ਦੀ ਜਾਂ ਫਾਰ ਪੁਆਇੰਟ ਜਿਹੜਾ ਉਹ ਡਿਫੈਕਟਿਵ ਪੁਆਇੰਟ ਕੰਸੀਡਰ ਹੋਏਗਾ। क्या इन्हीं गल समझ लगी? Yes, Yes, sir. sir. Yes, sir. चलो अपना ऑलमोस्ट जेड़ा वा ह्यूमन आई वाला टॉपिक आ, ठीक है जी, वो कंप्लीट आ। जे हुण इहदे विच किते कोई डाउट आ 2 मिनट तुहाडे, ठीक है जी, वो बोलो ते फिर आपां उस तो अगे डिस्कशन करांगे शुरू। Sir. बोलो जी बोलो, तुहाडी सुन रहा। Sir, जिथे f 2.5 सेंटीमीटर लिया वो दस्सियो। आपां ये क्या पुੱਤ
ਕਿ ਆਪਾਂ ਨੂੰ ਇੱਕ ਪ੍ਰੋਪਰਟੀ ਹੈ ਪਤਾ ਲੈਂਸ ਦੀ ਕਿ ਜਦੋਂ ਕਿਸੇ ਲੈਂਸ ਤੇ ਲਾਈਟ ਰੇ ਇਨਫਿਨਿਟੀ ਤੋਂ ਆਉਂਦੀਆਂ, ਠੀਕ ਹੈ, ਲੌਂਗ ਡਿਸਟੈਂਸ ਤੋਂ ਆਉਂਦੀਆਂ ਤਾਂ ਅਸੀਂ ਕਹਿੰਦੇ ਜੀ ਉਹ ਪੈਰਲਲ ਬੀਮ ਦੀ ਫਾਰਮ ਚ ਆਉਂਦੀਆਂ, ਤੇ ਪੈਰਲਲ ਲਾਈਟ ਰੇ ਜਦੋਂ ਵੀ ਕਿਸੇ ਲੈਂਸ ਤੇ ਇਨਸੀਡੈਂਟ ਕਰਦੀਆਂ ਤੇ ਹਮੇਸ਼ਾ ਇਹ ਜਿਹੜੇ ਪੁਆਇੰਟ ਤੇ ਕਨਵਰਜ ਕਰਦੀਆਂ ਉਹ ਪੁਆਇੰਟ ਮੇਰਾ ਐਸਐਚ ਕਹਿੰਦਾ ਜੀ ਫੋਕਸ ਪੁਆਇੰਟ ਹੋਏਗਾ। ਇਹਦਾ ਮਤਲਬ ਹੋ ਗਿਆ ਆ ਮੇਰੇ ਕੋਲ ਐਸਐਚ ਫੋਕਸ ਪੁਆਇੰਟ ਆ। ਹੁਣ ਅਸੀਂ ਕਹਿ ਰਹੇ ਇਸ ਲੈਂਸ ਤੇ ਲਾਈਟ ਰੇ ਜਿਹੜੀਆਂ ਇਨਫਿਨਿਟੀ ਤੋਂ ਆ ਕੇ ਤੇ ਹਿੱਟ ਕੀਤੀਆਂ ਔਰ ਉਹਦੀ ਇੱਕ ਕਲੀਅਰ ਇਮੇਜ ਮੈਨੂੰ ਦਿਖਦੀ ਪਈ, ਇਹਦਾ ਮਤਲਬ ਇਹ ਚੋਂ ਪਾਸ ਕਰਕੇ ਉਹ ਲਾਈਟ ਰੇ ਰੈਟੀਨਾ ਤੇ ਪਹੁੰਚੀਆਂ, ਠੀਕ ਹੈ। ਤੇ ਇੱਥੇ ਅਸੀਂ ਕਹਿੰਦੇ ਲੈਂਸ ਦੇ ਸੈਂਟਰ ਤੋਂ ਜਿੱਥੇ ਤੁਹਾਡੇ ਕੋਲ ਫੋਕਸ ਪੁਆਇੰਟ ਆਂਦਾ ਇਹ ਫੋਕਲ ਲੈਂਥ ਆ। ਇੱਥੇ ਵੀ ਉਹੀ ਕਹੂੰਗਾ ਲੈਂਸ ਦੇ ਸੈਂਟਰ ਤੋਂ ਲੈ ਕੇ ਜਿੱਥੇ ਇਮੇਜ ਬਣੀ ਰੈਟੀਨਾ ਦੇ ਉੱਤੇ ਇੱਥੇ ਤੱਕ ਦਾ ਡਿਸਟੈਂਸ ਜਿਹੜਾ ਵਾ ਉਹ ਫੋਕਲ ਲੈਂਥ ਹੋਏਗੀ। Yes, sir. ਤੇ ਮੈਂ ਸ਼ੁਰੂ 'ਚ ਇਹ ਗੱਲ ਕਹੀ ਕਿ ਸਾਡਾ ਆਈ ਬਾਲ ਦਾ ਜਿਹੜਾ ਸਾਈਜ਼ ਆ ਨਾ ਇਹ 25 ਮਿਲੀਮੀਟਰ ਆ, ਯਾਨੀ 2.5 ਸੈਂਟੀਮੀਟਰ ਆ। ਤੇ ਜੇ 25 ਮਿਲੀਮੀਟਰ ਜਾਂ 2.5 ਸੈਂਟੀਮੀਟਰ ਆ, ਇਹਦਾ ਮਤਲਬ ਆਲਮੋਸਟ ਲੈਂਸ ਤੋਂ ਲੈ ਕੇ ਐਕਚੁਅਲ ਤੇ ਤਾਂ ਅਸੀਂ ਇੱਥੋਂ ਲਵਾਂਗੇ ਉਹਦੇ ਕੋਰਨੀਆ ਤੋਂ, ਪਰ ਅਸੀਂ ਕੋਰਨੀਆ ਤੇ ਲੈਂਸ ਦਾ ਗੈਪ ਨੂੰ ਜੇ ਇਗਨੋਰ ਕਰ ਲਈਏ ਤੇ ਇਹਦਾ ਮਤਲਬ ਇਸ ਲੈਂਸ ਤੋਂ ਸੈਂਟਰ ਤੋਂ ਲੈ ਕੇ, ਠੀਕ ਹੈ, ਤੁਹਾਡਾ ਇਸ ਰੈਟੀਨਾ ਤੱਕ ਦਾ ਜਿਹੜਾ ਡਿਸਟੈਂਸ ਆ ਇਹ ਸਾਡੀ ਆਈ ਬਾਲ ਦੇ ਸਾਈਜ਼ ਦੇ ਬਰਾਬਰ ਆ। ਤੇ ਜੇ ਆਈ ਬਾਲ ਮੇਰੀ ਸਾਈਜ਼ 2.5 ਸੈਂਟੀਮੀਟਰ ਆ ਤੇ ਇਹਦਾ ਮਤਲਬ ਇਸ ਵੇਲੇ ਆ ਲੈਂਥ ਜਿਹੜੀ ਹੋਏਗੀ ਇਹ ਵੀ 2.5 ਕੰਸੀਡਰ ਹੋ ਜੂ। Yes, sir. ਇਸ ਲਈ ਅਸੀਂ ਆ ਡਿਫਾਈਨ ਕਰਦੇ ਪਏ ਕਿ ਬਈ ਜਿਹੜੀ ਸਾਡੀ ਨਾਰਮਲ ਆਈ ਆ ਹਨਾ ਉਹਦੇ ਅੰਦਰ ਜਦੋਂ ਅਸੀਂ ਕਹਿੰਦੇ ਕਿ ਕੋਈ ਡਿਫੈਕਟ ਨਹੀਂ ਹੈਗਾ, ਨਾ ਤਾਂ ਨੀਅਰ ਪੁਆਇੰਟ ਖਰਾਬ ਆ ਨਾ ਫਾਰ ਪੁਆਇੰਟ ਖਰਾਬ ਆ, ਉਦੋਂ ਆਈ ਬਾਲ ਆਪਣੇ ਜਦੋਂ ਨਾਰਮਲ ਸਾਈਜ਼ ਹੋਏਗੀ ਯਾਨੀ 25 ਮਿਲੀਮੀਟਰ ਜਾਂ 2.5 ਸੈਂਟੀਮੀਟਰ ਤੇ ਓਨੀ ਹੀ ਐਸ ਸੱਚ ਇਸ ਆਈ ਲੈਂਸ ਦੀ ਫੋਕਲ ਲੈਂਥ ਕੰਸੀਡਰ ਹੋ ਜਾਏਗੀ। ਔਰ ਉਸ ਫੋਕਲ ਲੈਂਥ ਦੇ ਬਿਹਾਫ ਤੇ ਜੇ ਮੈਂ ਇਸ ਆਈ ਲੈਂਸ ਦੀ ਪਾਵਰ ਆਫ ਲੈਂਸ ਕੱਢਣੀ ਹੋਵੇ ਤੇ ਉਹ 1/f ਦੇ ਫਾਰਮੂਲੇ ਨਾਲ ਮੇਰੇ ਕੋਲ 40 ਡਾਇਰੈਕਟਰ ਆ ਜਾਂਦੀ। ਕਲੀਅਰ ਆ? ਹਾਂਜੀ ਸਰ। ਚਲ ਹੋਰ ਬੋਲੋ ਜਿਹਦਾ ਕੋਈ ਡਾਊਟ ਆ। ਓਏ ਕਲੀਅਰ ਆ ਸਾਰਿਆਂ ਨੂੰ ਸਾਰਾ? Yes, sir. Yes, sir. Yes, Yes, sir. sir. ਬੋਲ ਹੀ ਦਿਆ ਕਰੋ ਯਾਰ। ਚਲੋ